ਸਵਾਗਤ। जद देश दे सोहणे शेर नूं दिता गोरियां हुक्म सुना, तेरे गल विच फांसी पाणी, तेरे जुल्म दी इहो सजा। अग्गियों शेर भगत सिंह कहंदा, मैनूं देश तो मरन दा चा, मैं हस के अपने आप नूं देना देश दे लेखे ला। और अज इस दिन नूं समर्पित करदे हां साडे इस प्रोग्राम नूं उन्हां शहीदां दे नाम जिन्हां शहीदां ने साडे देश नूं आज़ाद कराउण दे वास्ते, सानूं अज इस आज़ाद फिज़ा दे विच साह लैण दे वास्ते अपणियां कुर्बानियां दित्तियां। बहुत बहुत स्वागत प्रोग्राम गल्लां ते गीत विच। मैं हां नीतू ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਆਓ ਆਪਣੀ ਸੋਚ ਨੂੰ 23 ਮਾਰਚ 1931 ਦੇ ਵਿੱਚ ਲਾਹੌਰ ਦੇ ਵਿੱਚ ਉਸ ਫਾਂਸੀ ਦੇ ਤਖਤੇ ਤੇ ਲੈ ਚਲੀਏ ਜਿੱਥੇ ਉਹ ਤਿੰਨ ਨੌਜਵਾਨ ਦੇਸ਼ ਦੇ ਲਈ ਇੱਕ ਬਹੁਤ ਵੱਡਾ ਕਾਰਜ ਕਰਨ ਜਾ ਰਹੇ ਨੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਜਿਹੜੇ ਕਿ ਫਿਰ ਸ਼ਹਾਦਤਾਂ ਕਮਾਉਂਦੇ ਨੇ ਔਰ ਸ਼ਹੀਦੇ ਆਜ਼ਮ ਬਣਦੇ ਨੇ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਅੱਜ 23 ਮਾਰਚ ਹੈ ਔਰ ਅੱਜ ਦਾ ਦਿਨ ਉਹਨਾਂ ਨੂੰ ਸਮਰਪਿਤ ਹੋਏਗਾ ਪੂਰੇ ਦਾ ਪੂਰਾ। ਔਰ ਨਾਲ ਦੀ ਨਾਲ ਨੌਜਵਾਨੀ ਉਹਨਾਂ ਨੂੰ ਜੇਕਰ ਜ਼ਿੰਦਗੀ ਸਮਰਪਿਤ ਕਰ ਦੇਵੇ, ਉਹਨਾਂ ਦੇ ਫਲਸਫੇ ਨੂੰ ਸਮਝਦੀ ਹੋਈ ਅੱਗੇ ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੁੜੇ, ਫਿਰ ਦੇਸ਼ ਦੀਆਂ ਨੁਹਾਰਾਂ ਹੀ ਬਦਲ ਜਾਣਗੀਆਂ। ਬਿਲਕੁਲ ਜੋਗੀ। ਔਰ ਉਹਨਾਂ ਦਾ ਇੱਕੋ ਮਕਸਦ ਸੀ ਕਿ ਆਪਣੇ ਦੇਸ਼ ਨੂੰ ਆਜ਼ਾਦ ਤਾਂ ਕਰਾਉਣਾ ਹੈ, ਪਰ ਉਹਦੇ ਨਾਲ ਨਾਲ ਇਸ ਵਿੱਚੋਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਕੁਰੀਤੀਆਂ ਨੂੰ ਖਤਮ ਕਰਨਾ ਹੈ। ਔਰ ਉਹ ਕਹਿੰਦੇ ਸੀ ਕਿ ਇੱਕ ਉਹਨਾਂ ਦੀ ਸੋਚ ਸੀ ਜੋਗੀ, ਅਕਸਰ ਤਿੰਨੋਂ ਜਾਣੇ ਇਹ ਸੋਚਦੇ ਸੀ ਕਿ ਲੋਕਾਂ ਨੂੰ ਮਾਰਨਾ ਸੌਖਾ ਹੈ, ਪਰ ਉਹਨਾਂ ਦੀ ਸੋਚ ਨੂੰ ਜਿਹੜੇ ਨੇ ਉਹ ਅਸੀਂ ਕਦੇ ਨਹੀਂ ਮਾਰ ਸਕਦੇ। ਬਿਲਕੁਲ ਜੀ, ਉਹਨਾਂ ਦੀ ਸੋਚ ਹਮੇਸ਼ਾ ਜਿਉਂਦੀ ਜਾਗਦੀ ਹੈ। ਉਹ ਅੱਜ ਵੀ ਜਵਾਨ ਨੇ ਔਰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦੇ ਜਾਗਦੇ ਰਹਿਣਗੇ, ਅਮਰ ਰਹਿਣਗੇ। ਕਿਉਂਕਿ ਜਦੋਂ ਉਹ ਚੁੰਮ ਕੇ ਫਾਂਸੀਆਂ ਦੇ ਰੱਸੇ ਗਲ ਦੇ ਵਿੱਚ ਪਾਉਂਦੇ ਨੇ ਤਾਂ ਕਹਿੰਦੇ ਨੇ ਕਿ ਆਸ਼ਿਕ ਹਾਂ, ਸਾਨੂੰ ਆਪਣੀ ਆਸ਼ਕੀ ਤੇ ਮਾਣ ਹੈ, ਪਰ ਫਾਂਸੀ ਦੀ ਜਗ੍ਹਾ ਪੀਂਘ ਦੇ ਹੁਲਾਰੇ ਨਾ ਲਿਖੋ। ਉਹਨਾਂ ਨੇ ਫਾਂਸੀਆਂ ਦੇ ਉੱਪਰ ਹੁਲਾਰੇ ਲੈ ਕੇ ਸਾਡੀ ਜ਼ਿੰਦਗੀ ਨੂੰ ਉਹ ਝੂਟਾ ਦਿੱਤਾ ਹੈ ਕਿ ਜਿਸ ਨੂੰ ਅਸੀਂ ਆਜ਼ਾਦੀ ਆਖਦੇ ਹਾਂ। ਬਿਲਕੁਲ ਜੀ। ਔਰ ਕਹਿੰਦੇ ਜਦੋਂ ਭਗਤ ਸਿੰਘ ਦਾ ਜਨਮ ਵੀ ਹੋਇਆ ਤੇ ਦਾਦੀ ਨੇ ਉਹਨੂੰ ਭਾਗਾਂ ਵਾਲਾ ਕਿਹਾ। ਸ਼ਾਇਦ ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਦੇ ਵਾਸਤੇ ਭਾਗਾਂ ਵਾਲਾ ਨਹੀਂ ਸੀ, ਭਾਗਾਂ ਵਾਲਾ ਸੀ ਉਹ ਪੂਰੇ ਦੇਸ਼ ਦੇ ਵਾਸਤੇ, ਪੂਰੀ ਕੌਮ ਦੇ ਵਾਸਤੇ ਔਰ ਪੂਰੀ ਦੁਨੀਆ ਦੇ ਵਾਸਤੇ। ਬਿਲਕੁਲ ਜੀ। ਔਰ ਸਾਡੇ ਦੇਸ਼ ਦੇ ਇਹਨਾਂ ਮਹਾਨ ਸਪੂਤਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਵਰਕੇ ਫਰੋਲਾਂਗੇ, ਉਹਨਾਂ ਦੇ ਫਲਸਫੇ ਦੇ ਬਾਰੇ ਜਾਣਾਂਗੇ ਔਰ ਇਹ ਜਾਣਕਾਰੀ ਦੇਣ ਦੇ ਵਾਸਤੇ ਗੱਲਾਂ ਤੇ ਗੀਤ ਵਿੱਚ ਉਚੇਚੇ ਤੌਰ ਤੇ ਸ਼ਾਮਲ ਨੇ ਸਾਡੇ ਮਾਹਿਰ ਮਹਿਮਾਨ ਪ੍ਰੋਫੈਸਰ ਅਵਤਾਰ ਸਿੰਘ ਜੀ। ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅਕਸਰ ਇਹਨਾਂ ਦੇ ਲੇਖ ਜਿਹੜੇ ਆ ਅਖਬਾਰਾਂ ਦੇ ਵਿੱਚ ਛਪਦੇ ਰਹਿੰਦੇ ਨੇ, ਅਸੀਂ ਪੜ੍ਹਦੇ ਰਹਿੰਦੇ ਹਾਂ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਝ ਵਕਤ ਬਿਤਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਅਸੀਂ ਸਵਾਗਤ ਕਰਦੇ ਹਾਂ। ਬੜੀ ਮਿਹਰਬਾਨੀ ਜੀ, ਤੁਸੀਂ ਮੈਨੂੰ ਅੱਜ ਦੇ ਇਸ ਬਹੁਤ ਅਹਿਮ ਦਿਨ ਦੇ ਉੱਤੇ ਬੁਲਾਇਆ ਜੀ ਤੇ ਆਪਾਂ ਗੱਲਾਂ ਕਰਦੇ ਹਾਂ। ਬਿਲਕੁਲ। ਸੋ ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹੀ ਪੁੱਛਾਂਗੇ ਕਿ ਜਿਸ ਵੇਲੇ ਭਗਤ ਸਿੰਘ ਦਾ ਜਨਮ ਹੁੰਦਾ ਹੈ, ਹਾਂਜੀ, ਕਿਹੋ ਜਿਹਾ ਵੇਲਾ ਸੀ ਉਸ ਵੇਲੇ, ਕਿਹੋ ਜਿਹੀ ਮਾਹੌਲ ਸੀ ਉਸ ਵੇਲੇ ਪੰਜਾਬ ਦਾ? ਉਸ ਵੇਲੇ ਜਿਸ ਵੇਲੇ ਭਗਤ ਸਿੰਘ ਉਹਨਾਂ ਦਾ ਜਨਮ ਹੋਇਆ ਜੀ ਤੇ ਉਹਨਾਂ ਦੇ ਨਾਲ ਹੀ ਸੁਖਦੇਵ ਤੇ ਰਾਜਗੁਰੂ ਉਹਨਾਂ ਦਾ ਜੀ, ਉਹ ਹਾਲਾਤ ਹਿੰਦੁਸਤਾਨ ਦੇ ਲਈ ਖਾਸ ਤੌਰ ਦੇ ਉੱਤੇ ਜੀ ਬਹੁਤੇ ਚੰਗੇ ਨਹੀਂ ਸੀ, ਮਤਲਬ ਬਹੁਤ ਬੁਰੇ ਸੀਗੇ। ਜਿਵੇਂ ਅਸੀਂ ਸੁਣਦੇ ਹਾਂ ਜਾਂ ਕਿਹਾ ਜਾਂਦਾ ਵੀ ਹਿੰਦੁਸਤਾਨ ਇੱਕ ਸੋਨੇ ਦੀ ਚਿੜੀ ਸੀ ਕਿਸੇ ਵੇਲੇ ਜੀ, ਔਰ ਸੋਨੇ ਦੀ ਚਿੜੀ ਸਿਰਫ ਇਹਦੀ ਅਮੀਰੀ ਦੇ ਪੱਖ ਤੋਂ ਹੀ ਨਹੀਂ, ਇਹ ਤਹਿਜ਼ੀਬ ਦੇ ਪੱਖ ਤੋਂ ਵੀ ਸੋਨੇ ਦੀ ਚਿੜੀ ਸੀ, ਯਾਨੀ ਬਹੁਤ ਤਹਿਜ਼ੀਬੀ ਮੁਲਕ ਸੀਗਾ ਜੀ। ਤੇ ਔਰ ਇਹ ਇਕੱਲੀ ਕਹਿਣ ਦੀ ਗੱਲ ਨਹੀਂ ਵੀ ਅਸੀਂ ਆਪਣੀ ਤਹਿਜ਼ੀਬ ਨੂੰ ਅਸੀਂ ਸਿਫਤ ਕਰਦੇ ਹਾਂ। ਦੁਨੀਆ ਦੇ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਲੋਕਾਂ ਨੇ ਗੱਲ ਸਾਬਤ ਕੀਤੀ ਹੈ ਕਿ ਹਿੰਦੁਸਤਾਨ ਦੀ ਤਹਿਜ਼ੀਬ ਸੀ, ਕਦੀਮੀ ਤਹਿਜ਼ੀਬ ਸੀ, ਜਿਹਦੇ ਬਾਰੇ ਇਕਬਾਲ ਸਾਹਿਬ ਨੇ ਲਿਖਿਆ ਸੀਗਾ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਆਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਉਹ ਬਾਤ ਜਿਹੜੀ ਸਾਡੇ ਹਿੰਦੁਸਤਾਨ ਦੀ ਸੀ, ਪਤਾ ਨਹੀਂ ਉਸੇ ਕਰਕੇ ਸਾਡੇ ਦੇਸ਼ ਦੇ ਉੱਤੇ ਹਮਲਾਵਰ ਆਉਂਦੇ ਰਹੇ। ਸਾਡੇ ਦੇਸ਼ ਦਾ ਇਤਿਹਾਸ, ਸਾਡੇ ਦੇਸ਼ ਦਾ ਤਹਿਜ਼ੀਬ ਜਿੰਨੀ ਹੁਸੀਨ ਹੈ, ਜਿੰਨੀ ਅਮੀਰ ਹੈ, ਉਹਦੇ ਵਿੱਚ ਇੱਕ ਨਮੋਸ਼ੀ ਵਾਲੀ ਗੱਲ ਵੀ ਹੈ, ਇਹਦੇ 'ਤੇ ਹਮਲਾਵਰ ਆਉਂਦੇ ਰਹੇ ਤੇ ਅਸੀਂ ਬਹੁਤ ਜ਼ਿਆਦਾ ਲੰਬਾ ਸਮਾਂ ਗੁਲਾਮ ਰਹੇ ਜੀ। ਤੇ ਇਹ ਠੀਕ ਹੈ, ਅਸੀਂ ਗੁਲਾਮ ਰਹੇ, ਸਾਡੇ ਉੱਤੇ ਅਲੱਗ-ਅਲੱਗ ਕੌਮਾਂ ਨੇ ਰਾਜ ਕੀਤਾ, ਹਮਲਾਵਰ ਆਏ, ਅੰਗਰੇਜ਼ਾਂ ਦਾ ਰਾਜ ਸਾਡੇ ਉੱਤੇ ਹਿੰਦੁਸਤਾਨ ਦੇ ਉੱਤੇ ਹੋਇਆ। ਉਸ ਇਤਿਹਾਸ ਨੂੰ ਬਹੁਤਾ ਦੁਹਰਾਉਣ ਦੀ ਲੋੜ ਨਹੀਂ ਹੈ, ਲੇਕਿਨ ਉਹਦੇ ਵਿੱਚ ਮੇਨ ਚੀਜ਼ ਕੀ ਹੋ ਰਹੀ ਸੀ
ਇਹੀ ਨਹੀਂ ਸੀ ਵੀ ਸਿਰਫ ਸਾਡੇ ਉੱਤੇ ਬਾਹਰਲੇ ਲੋਕਾਂ ਦਾ ਰਾਜ ਸੀਗਾ ਜਾਂ ਗੋਰੀ ਚਮੜੀ ਵਾਲੇ ਲੋਕਾਂ ਦਾ ਰਾਜ ਸੀਗਾ। ਸਿਰਫ ਐਡੀ ਗੱਲ ਨਹੀਂ ਸੀ, ਇਹਦੇ ਅੰਦਰ ਕੁਝ ਹੋ ਰਿਹਾ ਸੀਗਾ। ਉਹ ਇਹ ਹੋ ਰਿਹਾ ਸੀਗਾ ਕਿ ਇੱਕ ਮੈਕਾਲੇ ਇੱਕ ਵਿਦਵਾਨ ਹੋਏ ਆ, ਇੱਕ ਬਿਊਰੋਕਰੇਟ ਇੱਕ ਅਫਸਰ ਹੋਏ ਆ, ਅੰਗਰੇਜ਼ ਅਫਸਰ ਬਰਤਾਨੀਆ ਦੇ, ਸ਼ਾਇਦ ਉਹ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਸੀਗੇ। ਉਹ ਜਦੋਂ ਹਿੰਦੁਸਤਾਨ ਵਿੱਚ ਤਾਇਨਾਤ ਹੁੰਦੇ ਆ ਤੇ ਉਹਨਾਂ ਨੇ ਆਪਣੀ ਸਰਕਾਰ ਨੂੰ ਇਹ ਲਿਖਿਆ, ਬ੍ਰਿਟਿਸ਼ ਸਰਕਾਰ ਨੂੰ, ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਹਿੰਦੁਸਤਾਨ ਦੀਆਂ ਉਹ ਫਾਰਸੀ, ਅਰਬੀ ਤੇ ਸੰਸਕ੍ਰਿਤ ਦੇ ਸਾਹਿਤ ਨਾਲ ਭਰੀਆਂ ਪਈਆਂ। ਔਰ ਉਹਨਾਂ ਨੇ ਕਿਹਾ ਵੀ ਉਹ ਜਿਹੜੀਆਂ ਲਾਇਬ੍ਰੇਰੀਆਂ, ਉਹ ਜਿਹੜੀਆਂ ਹੈਗੀਆਂ ਕਿਤਾਬਾਂ ਇੱਥੋਂ ਦੀ ਤਹਿਜ਼ੀਬ ਨਾਲ ਸੰਬੰਧਿਤ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਇਹਦੇ ਮੁਕਾਬਲੇ ਇੱਕ ਅੰਗਰੇਜ਼ੀ ਲਿਟਰੇਚਰ ਦੀ ਇੱਕ ਸ਼ੈਲਫ ਜਿਹੜੀ ਆ ਉਹ ਜ਼ਿਆਦਾ ਕੀਮਤੀ ਆ। ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਨੂੰ ਇਜਾਜ਼ਤ ਦਿਓ ਕਿ ਮੈਂ ਇੱਥੇ ਇੰਗਲਿਸ਼ ਕਲਚਰ, ਇੰਗਲਿਸ਼ ਤਹਿਜ਼ੀਬ ਜਿਹੜੀ ਆ ਉਹ ਇੰਨੀ ਇੱਥੇ ਪ੍ਰਫੁੱਲਿਤ ਕਰ ਦੇਵਾਂ ਕਿ ਹਿੰਦੁਸਤਾਨੀ ਰੰਗ, ਇੰਡੀਅਨ ਕਲਰ ਤੇ ਇੰਡੀਅਨ ਉਹਦੇ ਵਿੱਚ ਮੈਂ ਕਹਿੰਦੇ ਵੀ ਇੰਗਲਿਸ਼ ਕਲਚਰ, ਅੰਗਰੇਜ਼ੀ ਤਹਿਜ਼ੀਬ, ਅੰਗਰੇਜ਼ੀ ਮਾਨਸਿਕਤਾ, ਅੰਗਰੇਜ਼ੀ ਐਟੀਕੇਟ ਤੇ ਇੰਗਲਿਸ਼ ਮੋਰਲ ਉਹ ਮੈਂ ਭਰ ਦੇਵਾਂ। ਯਾਨੀ ਸਾਡੇ ਲੋਕ ਸਾਡੇ ਦੇਸੀ ਹੋਣ ਤੇ ਉਹਨਾਂ ਦਾ ਅੰਦਰਲਾ ਸੌਫਟਵੇਅਰ ਜਿਹੜਾ ਉਹ ਅੰਗਰੇਜ਼ੀ ਹੋਵੇ। ਬਿਲਕੁਲ। ਤੇ ਇਹ ਇੱਕ ਮਕਾਲੇ ਨੇ ਇਹ ਗੱਲ ਲਿਖੀ ਹੋਈ ਸੀ, ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਕਿਤਾਬਾਂ ਵਿੱਚ ਵੀ ਲਿਖਿਆ ਹੋਇਆ। ਤੇ ਇਹ ਚੀਜ਼ ਹੋ ਰਹੀ ਸੀ, ਯਾਨੀ ਸਾਨੂੰ ਅੰਦਰੋਂ ਤਬਦੀਲ ਕੀਤਾ ਜਾ ਰਿਹਾ ਸੀਗਾ, ਸਾਡੀ ਮਾਨਸਿਕਤਾ ਤਬਦੀਲ ਕੀਤੀ ਜਾ ਰਹੀ ਸੀ। ਜਿਹੜੀ ਬਾਹਰੀ ਆ ਉਹ ਤਾਂ ਸਾਰਿਆਂ ਨੂੰ ਦਿਖਦਾ ਹੁੰਦਾ, ਬਿਲਕੁਲ, ਵੀ ਬਾਹਰੀ ਤੌਰ ਤੇ ਸਾਡੇ ਨਾਲ ਕੀ ਹੋ ਰਿਹਾ, ਪਰ ਸਾਡੇ ਅੰਦਰ ਕੀ ਹੋ ਰਿਹਾ, ਕੀ ਵਾਪਰ ਰਿਹਾ, ਇਹ ਦੇਖਣ ਵਾਲੇ ਕੁਝ ਖਾਸ ਬੰਦੇ ਹੁੰਦੇ ਆ। ਤੇ ਸ਼ਹੀਦ ਭਗਤ ਸਿੰਘ ਹੁਣੀ, ਰਾਜਗੁਰੂ ਸੁਖਦੇਵ ਹੁਣੀ, ਇਹ ਪੜ੍ਹੇ ਲਿਖੇ ਸੀਗੇ, ਸਜਗ ਸੀਗੇ। ਇਹਨਾਂ ਨੂੰ ਇਹ ਪਤਾ ਸੀਗਾ ਵੀ ਸਾਨੂੰ ਅੰਦਰੋਂ, ਯਾਨੀ ਜਿਹਨੂੰ ਕਹਿੰਦੇ ਨਾ ਵੀ ਤੁਹਾਡਾ ਸੱਚ ਝੂਠ ਦਾ ਤੁਹਾਡੀ ਡੈਫੀਨੇਸ਼ਨ ਕੀ ਹੈ, ਸਾਡੀ ਸੋਹਣੇ ਤੇ ਕਸੋਹਣੇ ਦੀ ਡੈਫੀਨੇਸ਼ਨ ਕੀ ਆ, ਸਾਡੀ ਅੱਛੇ ਤੇ ਬੁਰੇ ਦੀ ਡੈਫੀਨੇਸ਼ਨ ਕੀ ਆ। ਜਦੋਂ ਇਹ ਸਾਡੀ ਡੈਫੀਨੇਸ਼ਨ ਬਦਲ ਜਾਵੇ, ਸਾਡੇ ਫਾਰਮੂਲੇ ਕੋਈ ਹੋਰ ਸਾਡੇ ਉੱਤੇ ਹਾਵੀ ਹੋ ਜਾਣ ਜਾਂ ਅਸੀਂ ਉਹਨਾਂ ਨੂੰ ਅਪਣਾ ਲਈਏ, ਉਸ ਵੇਲੇ ਸਾਡੀ ਤਹਿਜ਼ੀਬ ਨੂੰ ਖਤਰਾ ਹੁੰਦਾ, ਸਾਡੀ ਸੋਚ ਨੂੰ ਖਤਰਾ ਹੁੰਦਾ। ਤੇ ਇਹ ਬੰਦੇ, ਇਹ ਜਿਹੜੇ ਮਹਾਨ ਸਪੂਤ ਹਿੰਦੁਸਤਾਨ ਦੇ, ਇਹਨਾਂ ਨੇ ਇਸ ਚੀਜ਼ ਨੂੰ ਭਾਂਪ ਕੇ ਇਸ ਚੀਜ਼ ਨੂੰ ਬਦਲਣ ਲਈ ਇਹਨਾਂ ਨੇ ਆਪਣੀ ਉਮਰ ਭਰ ਰਾਹ ਜਿਹੜਾ ਚੁਣਿਆ। ਔਰ ਉਹ ਰਾਹ ਦੇਸ਼ ਭਗਤੀ ਦਾ ਰਾਹ ਸੀ। ਕਹਿੰਦੇ ਨੇ ਕਿ ਬਹੁਤੀਆਂ ਇੱਟਾਂ ਉਸੇ ਨੂੰ ਪੈਂਦੀਆਂ ਨੇ ਜਿਸ ਬੇਰੀ ਨੂੰ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ, ਬੰਦ ਪਿੰਜਰੇ 'ਚ ਬਾਜ਼ ਤੇ ਸ਼ੇਰ ਹੁੰਦੇ। ਔਰ ਸੱਚਮੁੱਚ ਇਹ ਜਿਹੜੀਆਂ ਦਲੇਰੀਆਂ ਨੇ, ਔਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਨਸਿਕ ਤੌਰ ਤੇ ਜੇਕਰ ਕਿਸੇ ਨੂੰ ਗੁਲਾਮ ਬਣਾਇਆ ਜਾਵੇ ਤਾਂ ਉਸ ਦੇਸ਼ ਨੂੰ, ਉਸ ਕੌਮ ਨੂੰ ਛੇਤੀ ਢਾਹ ਲਿਆ ਜਾਵੇਗਾ। ਇਹ ਸੋਚ ਸੀ ਉਸ ਵੇਲੇ ਦੇ ਹਾਕਮਾਂ ਦੀ। ਔਰ ਜਿਵੇਂ ਪ੍ਰੋਫੈਸਰ ਸਾਹਿਬ ਦੱਸਦੇ ਨੇ ਕਿ ਸਾਡੀ ਮਾਨਸਿਕਤਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਔਰ ਸਾਡੇ ਆਮ ਤੌਰ ਤੇ ਬਾਹਰੀ ਬੇੜੀਆਂ ਜਿਹੜੀਆਂ ਸੀ ਉਹ ਤਾਂ ਸਾਰੀਆਂ ਦਿਖਾਈ ਦੇ ਰਹੀਆਂ ਸੀ, ਪਰ ਜਿਹੜੀ ਮਾਨਸਿਕਤਾ ਨੂੰ ਬੇੜੀਆਂ ਪਾਈਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਤੋੜਨ ਦੇ ਵਾਸਤੇ ਇਹ ਤਿੰਨੇ ਜਿਹੜੇ ਆ ਯੋਧੇ ਆ, ਇਹ ਫਿਰ ਉੱਠੇ। ਔਰ ਜੇਕਰ ਇਹਨਾਂ ਦੇ ਘਰਾਂ ਦੀ ਗੱਲ ਕਰੀਏ, ਬੈਕਗਰਾਊਂਡ, ਇਹਨਾਂ ਦੇ ਘਰਾਂ ਦੇ ਹਾਲਾਤ ਜਿਹੜੇ ਆ ਉਹ ਤੇ ਦੇਸ਼ ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਸੀਗੇ। ਹਾਂਜੀ ਬਿਲਕੁਲ ਜੀ, ਇਹਨਾਂ ਦੇ ਸਾਰੇ ਦੇਸ਼ ਦੇ ਹਾਲਾਤ ਉਸ ਵੇਲੇ ਆਜ਼ਾਦੀ ਦੇ ਹੱਕ ਵਿੱਚ ਸੀਗੇ। ਲੋਕ ਘਰਾਂ 'ਚੋਂ ਉੱਠ ਆਏ ਸੀਗੇ। ਇਹਨਾਂ ਦੇ ਪਰਿਵਾਰਾਂ ਦੇ ਮਾਹੌਲ ਵੀ ਇਸ ਤਰ੍ਹਾਂ ਦੇ ਸੀਗੇ, ਜਿਵੇਂ ਭਗਤ ਸਿੰਘ ਬਾਰੇ ਅਸੀਂ ਦੇਖਦੇ ਹਾਂ, ਇਹਨਾਂ ਦੇ ਚਾਚਾ ਜੀ ਕਹਿੰਦੇ ਆ ਵੀ ਜਦੋਂ ਇਹਨਾਂ ਦਾ ਜਨਮ ਹੋਇਆ ਉਸ ਦਿਨ ਇਹਨਾਂ ਦੇ ਚਾਚਾ ਜੀ ਉਹ ਜੇਲ੍ਹ 'ਚੋਂ ਰਿਹਾ ਹੋਏ ਸੀ। ਔਰ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਵਿੱਚ ਜਿਹੜੇ ਬੰਦੇ ਦੇਸ਼ ਦੇ ਆਜ਼ਾਦੀ ਲਈ ਸੰਘਰਸ਼ ਵਿੱਚ ਹੈ, ਉਹਨਾਂ ਦੇ ਘਰ ਦਾ ਵਾਤਾਵਰਨ, ਘਰ ਦੀਆਂ ਗੱਲਾਂ ਬਾਤਾਂ ਉਹ ਕਿਹੋ ਜਿਹੀਆਂ ਹੁੰਦੀਆਂ ਹੋਣਗੀਆਂ। ਤੇ ਉਸ ਵਾਤਾਵਰਨ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਨਾਲ ਖਾਸ ਤੌਰ ਦੇ ਉੱਤੇ ਜੇ ਕਈ ਵਾਰੀ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਖਾਸ ਤੌਰ ਦੇ ਉੱਤੇ ਜਿਹੜਾ ਬੱਚਾ ਆ ਉਹ ਇੱਕ ਇੰਪ੍ਰੈਸ਼ਨਿਸਟਿਕ ਏਜ ਹੁੰਦੀ ਹੈ ਤੇ ਬੰਦਾ ਇਮੋਸ਼ਨਲ ਹੋ ਜਾਂਦਾ। ਤੇ ਜਦੋਂ ਉਹ ਬੰਦਾ ਕਿਤਾਬਾਂ ਪੜ੍ਹਦਾ, ਕਿਤਾਬਾਂ ਨਾਲ ਜੁੜਦਾ, ਪੜ੍ਹਾਈ ਲਿਖਾਈ ਨਾਲ ਜੁੜਦਾ ਔਰ ਹਾਇਰ ਸਟੱਡੀ ਨਾਲ ਜੁੜਦਾ, ਤੇ ਉਹਦੀ ਇਮੋਸ਼ਨੈਲਿਟੀ ਜਿਹੜੀ ਆ ਉਹ ਰੈਸ਼ਨੈਲਿਟੀ ਵਿੱਚ ਤਬਦੀਲ ਹੋ ਜਾਂਦੀ ਹੈ। ਖਾਸ ਤੌਰ ਦੇ ਉੱਤੇ ਜਿਹੜੀ ਤਿੰਨਾਂ ਦੀ ਉਮਰ ਸੀ, ਔਰ ਤੁਸੀਂ ਹੈਰਾਨ ਹੋਵੋਗੇ ਵੀ ਇਹਨਾਂ ਤਿੰਨਾਂ ਵਿੱਚੋਂ ਹੀ ਜਿਹੜਾ ਰਾਜਗੁਰੂ ਇਹ ਮਹਾਰਾਸ਼ਟਰ ਦੇ ਸੀਗੇ ਔਰ ਇਹ ਸਭ ਤੋਂ ਛੋਟੇ ਸੀਗੇ। ਸਭ ਤੋਂ ਛੋਟੇ ਕੀ ਮਹੀਨਿਆਂ ਦਾ ਫਰਕ ਸੀਗਾ। ਉਹ 22 ਸਾਲ ਦੇ ਸੀਗੇ ਤੇ ਗਵਲੇ ਭਗਤ ਸਿੰਘ ਸੀਗੇ 23 ਸਾਲ ਦੇ, ਤੇ ਇਹਨਾਂ ਤੋਂ ਵੱਡੇ ਸੁਖਦੇਵ ਹੁਣੀ ਸੀਗੇ, ਸੁਖਦੇਵ ਥਾਪਰ, ਉਹ ਵੀ 23 ਸਾਲ ਦੇ ਸੀ। ਕੁਝ ਮਹੀਨਿਆਂ 'ਚ ਭਗਤ ਸਿੰਘ ਉਹਨਾਂ ਤੋਂ ਵੱਡੇ ਸੀਗੇ। ਯਾਨੀ ਹਾਨੀ ਪ੍ਰਵਾਣੀ ਇੱਕੋ ਹੀ ਹਾਨ ਪ੍ਰਵਾਨ, ਇੱਕੋ ਹੀ ਸੋਚ ਤੇ ਇੱਕੋ ਹੀ। ਔਰ ਮੈਂ ਖਾਸ ਤੌਰ ਤੇ ਇਹ ਧਿਆਨ ਦੇਣਾ ਚਾਹੁੰਦਾ ਵੀ ਖਾਸ ਤੌਰ ਤੇ ਇਹ ਜਿਹੜੀ ਏਜ ਹੁੰਦੀ ਆ,
ਇਹਦੇ ਵਿੱਚ ਜੋਸ਼ ਵੀ ਵੱਧ ਰਿਹਾ ਹੁੰਦਾ ਬਿਲਕੁਲ ਤੇ ਨਾਲ ਨਾਲ ਹੋਸ਼ ਵੀ ਆ ਰਹੀ ਹੁੰਦੀ ਆ। ਇਹ ਜੋਸ਼ ਤੇ ਹੋਸ਼ ਦੇ ਸੰਗਮ ਦਾ ਸਮਾਂ ਆ ਜਿਹਦੇ ਵਿੱਚ ਦੋਨੇ ਚੀਜ਼ਾਂ ਇਕੱਠੀਆਂ ਹੋ ਰਹੀਆਂ ਹੁੰਦੀਆਂ ਜੀ ਤੇ ਇਹ ਤੋਂ ਉਰੇ ਯਾਨੀ 15-17 ਸਾਲ ਵਿੱਚ ਇਹ ਤੁਸੀਂ ਕਹ ਲਓ ਵੀ ਇਹਦੇ ਵਿੱਚ ਜੋਸ਼ ਜਿਹੜਾ ਇਹ ਜ਼ਿਆਦਾ ਹੁੰਦਾ ਆ। ਪਰ 22 ਸਾਲ ਦੀ 23 ਸਾਲ ਦੀ ਉਮਰ ਵਿੱਚ ਉਹਦੇ ਨਾਲ ਹੋਸ਼ ਜੁੜ ਜਾਂਦੀ ਹੈ ਤੇ ਦੋਨਾਂ ਦਾ ਇੱਕ ਸੰਗਮ ਬਣ ਜਾਂਦਾ ਹੈ। ਤੇ ਮੈਂ ਸਮਝਦਾ ਵੀ ਤਿੰਨੇ ਜਵਾਨ ਜਿਹੜੇ ਆ ਨੌਜਵਾਨ ਇਹ ਭਾਰਤ ਦੇ ਇਹ ਜੋਸ਼ ਤੇ ਹੋਸ਼ ਦਾ ਸੰਗਮ ਸੀਗੇ ਜੀ ਬਿਲਕੁਲ। ਹਾਂਜੀ ਉਹ ਤੋਂ ਅੱਗੇ ਥੋੜੇ ਚਿਰ ਜਾ ਕੇ ਫਿਰ ਜੋਸ਼ ਘਟਣ ਲੱਗ ਪੈਂਦਾ, ਹੋਸ਼ ਵਧਣ ਲੱਗ ਪੈਂਦੀ ਹੈ। ਪਰ ਇਹਦੇ ਵਿੱਚ ਬੜਾ ਖੂਬਸੂਰਤ ਸੰਗਮ ਹੁੰਦਾ ਜੋਸ਼ ਤੇ ਹੋਸ਼ ਦਾ। ਜੀ ਜਦੋਂ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਤਾਂ 1920 ਦੇ ਵਿੱਚ ਭਗਤ ਸਿੰਘ ਨੂੰ ਜਲਿਆਂਵਾਲੇ ਬਾਗ ਜਾਣ ਦਾ ਮੌਕਾ ਮਿਲਿਆ ਔਰ ਉਸ ਵਿੱਚ ਉਹਦੇ ਜ਼ਿਹਨ ਦੇ ਵਿੱਚ ਜਿਹੜਾ ਇੱਕ ਜਜ਼ਬਾ ਸੀ ਕਿ ਇਹ ਜੋ ਕੁਝ ਹੋਇਆ ਸਾਡੇ ਦੇਸ਼ ਦੇ ਉੱਤੇ ਬਹੁਤ ਮਾੜਾ ਹੋਇਆ ਔਰ ਉਹ ਉਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਔਰ ਜੇਕਰ ਅਸੀਂ ਗੱਲ ਕਰੀਏ ਪ੍ਰੋਫੈਸਰ ਸਾਹਿਬ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬਚਪਨ ਦੀ, ਕਿਹੋ ਜਿਹਾ ਮਾਹੌਲ ਸੀ ਘਰ ਦਾ ਜਿਹੜਾ ਉਹ ਇਸ ਪਾਸੇ ਜਿਹੜਾ ਉਹ ਤੁਰੇ? ਕਿ ਬਚਪਨ ਤੋਂ ਹੀ ਪਰਿਵਾਰ ਤੋਂ ਹੀ ਉਹਨਾਂ ਨੂੰ ਇਹ ਗੁੜਤੀ ਮਿਲੀ ਸੀ? ਮੈਂ ਤੁਹਾਡਾ ਬੜਾ ਖੂਬਸੂਰਤ ਸਵਾਲ ਹੈ। ਅਸੀਂ ਇਸ ਪਾਸੇ ਕਦੇ ਬਹੁਤ ਜ਼ਿਆਦਾ ਸੋਚਦੇ ਨਹੀਂ ਹੈ ਜੀ। ਜਦੋਂ ਮੈਂ ਰਾਜਗੁਰੂ ਹੁਣਾਂ ਦਾ ਬਚਪਨ ਦੇਖਦਾ ਜੀ ਤੇ ਉਹਨਾਂ ਦੇ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਸੀਗੇ ਜੀ ਔਰ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੀਤਾ ਔਰ ਬਚਪਨ ਵਿੱਚ ਹੀ ਕਿਸੇ ਦਾ ਬਾਪ ਗੁਜ਼ਰ ਜਾਵੇ ਤੁਸੀਂ ਸੋਚ ਸਕਦੇ ਆ ਵੀ ਬੱਚਿਆਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਲੇਕਿਨ ਇਹ ਕਿਹੋ ਜਿਹੇ ਪੁੱਤਰ ਹੋਣਗੇ, ਕਿਹੋ ਜਿਹੇ ਬੱਚੇ ਹੋਣਗੇ ਕਿ ਬਾਪ ਦੇ ਗੁਜ਼ਰਨ ਤੇ ਵੀ ਇਹਨਾਂ ਨੇ ਉਹ ਰਸਤਾ ਚੁਣਿਆ ਜਿਹੜਾ ਦੇਸ਼ ਲਈ ਕੁਝ ਕਰਨ ਵਾਲਾ ਸੀਗਾ। ਤੇ ਇਸ ਤਰ੍ਹਾਂ ਸੁਖਦੇਵ ਹੁਣਾਂ ਦੇ ਉਹਨਾਂ ਦੇ ਵੀ ਬਾਪ ਉਹ ਬਚਪਨ ਵਿੱਚ ਗੁਜ਼ਰ ਗਏ ਸੀਗੇ। ਉਹਨਾਂ ਦੀ ਵੀ ਪਰਵਰਿਸ਼ ਜਿਹੜੀ ਆ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਹੋਈ ਔਰ ਉਹ ਵੀ ਤੁਸੀਂ ਦੇਖੋ ਵੀ ਉਹ ਵੀ ਦੇਸ਼ ਦੇ ਲਈ ਕੁਝ ਕਰਨ ਲਈ ਨਿਤਰੇ। ਤੇ ਦੂਸਰੇ ਪਾਸੇ ਭਗਤ ਸਿੰਘ ਹੁਣੀ ਜਿਹੜੇ ਸੀਗੇ ਇਹਨਾਂ ਦਾ ਪਰਿਵਾਰ ਕਾਫੀ ਚੰਗਾ ਖਾਂਦਾ ਪੀਂਦਾ ਪਰਿਵਾਰ ਸੀਗਾ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਬਾਰ ਦੇ ਇਲਾਕੇ ਵਿੱਚ 12 ਵਸਾਈਆਂ ਨਹਿਰਾਂ ਕੱਢੀਆਂ ਤੇ ਉੱਥੋਂ ਖਾਸ ਤੌਰ ਤੇ ਇੱਧਰਲੇ ਪੰਜਾਬ ਦੇ ਲੋਕ ਜਿਹੜੇ ਆ ਜ਼ਿਮੀਂਦਾਰ ਲੋਕ ਉੱਥੇ ਜਾ ਕੇ ਵਸਾਏ। ਬਿਲਕੁਲ। ਔਰ ਭਗਤ ਸਿੰਘ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਵੀ ਬਹੁਤ ਪਹਿਲਾਂ ਤੋਂ ਉਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਬੰਗੇ ਕੋਲ ਖਟਕੜ ਕਲਾਂ ਤੋਂ ਉੱਠ ਕੇ ਉੱਥੇ ਬੰਗੇ ਗਏ ਸੀਗੇ। ਬੰਗੇ ਨਹੀਂ ਗਏ ਸੀਗੇ, ਉੱਥੇ ਚੱਕ ਨੰਬਰ 105 ਇੰਨਾ ਵਸਾਇਆ ਸੀਗਾ। ਲੇਕਿਨ ਜਿਸ ਇਲਾਕੇ ਦੇ ਲੋਕ ਜਿੱਥੇ ਜਾ ਕੇ ਉੱਥੇ ਵਸੇ ਜਿਹੜੇ ਉਹਨਾਂ ਨੇ ਪਿੰਡ ਵਸਾਏ ਉਹਨਾਂ ਪਿੰਡਾਂ ਦੇ ਨਾਂ ਉਹਨਾਂ ਨੇ ਇਹਨਾਂ ਪਿੰਡਾਂ ਵਾਲੇ ਰੱਖ ਲਏ ਸੀਗੇ। ਉੱਥੇ ਉਹਨਾਂ ਨੇ ਆਪਣੇ ਪਿੰਡ ਦਾ ਨਾਂ ਬੰਗਾ ਰੱਖ ਲਿਆ ਸੀਗਾ। ਬੰਗਾ ਤਹਿਸੀਲ ਜੜ੍ਹਾਂਵਾਲਾ ਤੇ ਲੈਲਪੁਰ ਜ਼ਿਲ੍ਹੇ ਦੇ ਵਿੱਚ ਉਹ ਬੰਗਾ ਪਿੰਡ ਸੀਗਾ ਤੇ ਉੱਥੇ ਉਹਨਾਂ ਨੇ ਪਿੰਡ ਵਸਾਇਆ ਆਪਣਾ ਤੇ ਉੱਥੇ ਉਹਨਾਂ ਦੀ ਪਰਵਰਿਸ਼ ਹੋਈ ਤੇ ਉੱਥੇ ਉਹਨਾਂ ਦਾ ਸਕੂਲ ਹੈ ਜਿਹਦੇ ਵਿੱਚ ਪੜ੍ਹਦੇ ਸੀਗੇ। ਉੱਥੇ ਉਹਨਾਂ ਦਾ ਘਰ ਵੀ ਹੈਗਾ ਜਿਹਦੇ ਵਿੱਚ ਇੱਕ ਰੁੱਖ ਹੈਗਾ ਜਿਹਦੇ ਥੱਲੇ ਕਹਿੰਦੇ ਭਗਤ ਸਿੰਘ ਹੁਣੀ ਖੇਡਦੇ ਹੁੰਦੇ ਸੀਗੇ। ਉਹ ਬਚਪਨ ਉਹਨਾਂ ਦਾ ਬਤੀਤ ਹੋਇਆ। ਲੇਕਿਨ ਉਹਨਾਂ ਦਾ ਜਿਹੜਾ ਸੀਗਾ ਇਹ ਤਿੰਨੇ ਜਿਹੜੇ ਨੌਜਵਾਨ ਆ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਤੋਂ ਅਲੱਗ-ਅਲੱਗ ਬੈਕਗਰਾਊਂਡ ਦੇ ਔਰ ਅਲੱਗ-ਅਲੱਗ ਉਹਨਾਂ ਦੇ ਪਰਿਵਾਰਕ ਹਾਲਾਤ ਤੇ ਜਦੋਂ ਵੱਡੇ ਹੁੰਦੇ ਆ, ਜਦੋਂ ਐਜੂਕੇਸ਼ਨ ਨਾਲ ਜੁੜਦੇ ਆ, ਜਦੋਂ ਇਹਨਾਂ ਨੂੰ ਦੇਸ਼ ਦੇ ਹਾਲਾਤ ਪਤਾ ਲੱਗਦੇ ਆ ਤੇ ਉਸ ਵੇਲੇ ਇਹਨਾਂ ਦੇ ਕਨੈਕਸ਼ਨ ਬਣਦੇ ਆ, ਇਹ ਆਪਸ ਵਿੱਚ ਜੁੜਦੇ ਆ, ਇੱਕ ਇਹ ਸਭਾਵਾਂ ਬਣਾਉਂਦੇ ਆ, ਇੱਕ ਪਾਰਟੀਆਂ ਬਣਾਉਂਦੇ ਆ, ਜਥੇਬੰਦੀਆਂ ਬਣਾਉਂਦੇ ਆ, ਐਕਟੀਵਿਟੀ ਨਾਲ ਜੁੜਦੇ ਆ ਇਹ ਤੇ ਇਹਨਾਂ ਨੂੰ ਨੇੜੇ ਲੈ ਆਉਂਦੇ ਆ ਤੇ ਫਿਰ ਇਹਨਾਂ ਨੇ ਇਕੱਠੇ ਹੋ ਕੇ ਯਾਨੀ ਕਿ ਦੇਸ਼ ਨੂੰ ਆਜ਼ਾਦ ਕਰਨ ਦਾ ਸੁਪਨਾ ਲਿਆ, ਆਪਣੀ ਮਾਨਸਿਕਤਾ ਨੂੰ ਬਦਲਣ ਦਾ ਸੁਪਨਾ ਲਿਆ ਤੇ ਉਹ ਸੁਪਨੇ ਦੇ ਵਿੱਚ ਇਹਨਾਂ ਨੂੰ ਇਹ ਆਪਣੀ ਆਹੂਤੀ ਤਾਂ ਦੇ ਗਏ। ਲੇਕਿਨ ਦੇਸ਼ ਕਿੰਨਾ ਕੁ ਬਦਲ ਹੋਇਆ, ਦੇਸ਼ ਦੇ ਵਿੱਚ ਕਿੰਨੀ ਤਬਦੀਲੀ ਆਈ। ਅਸੀਂ ਆਜ਼ਾਦੀ ਵੀ ਦੇਖ ਲਈ, ਆਜ਼ਾਦੀ ਦਾ ਮੂੰਹ ਵੀ ਦੇਖ ਲਿਆ, ਲੇਕਿਨ ਜਿਹੜੀ ਆਜ਼ਾਦੀ ਅਸਲ ਆਜ਼ਾਦੀ ਸੀ ਜਿਹੜੀ ਸਾਡੇ ਅਸੀਂ ਆਪਣੀਆਂ ਮਨ ਦੀਆਂ ਉਲਝਣਾਂ ਤੋਂ, ਆਪਣੇ ਮਨ ਦੀ ਨੈਰੋਨੈਸ ਤੋਂ, ਆਪਣੇ ਉਹਨਾਂ ਤੋਂ ਆਜ਼ਾਦ ਹੋਣਾ ਸੀਗਾ ਉਹ ਸਾਡੇ ਜ਼ਿੰਮੇ ਉਹ ਛੱਡ ਗਏ। ਇਸ ਆਜ਼ਾਦੀ ਦੇ ਬਾਰੇ ਅਸਲ ਆਜ਼ਾਦੀ ਕੀ ਸੀ? ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਕੀ ਸੀ? ਕੀ ਮਤਲਬ ਸੀ ਇਨਕਲਾਬ ਦਾ? ਕੀ ਉਹਨਾਂ ਦੀ ਜਵਾਨੀ ਕਿਵੇਂ ਦੇਸ਼ ਭਗਤੀ ਦੇ ਰਾਹ ਤੇ ਚੱਲੀ? ਬਹੁਤ ਸਾਰੀਆਂ ਗੱਲਾਂ ਬਾਤਾਂ ਹਲੇ ਬਾਕੀ ਨੇ। ਆਉਣੇ ਆ ਵਾਪਸ ਇਸ ਗੀਤ ਤੋਂ ਬਾਅਦ।
दिल में है। हम अभी से क्या बताएं क्या हमारे दिल में है। सरफरोशी की तमन्ना अब हमारे दिल में है। सरफरोशी की तमन्ना अब हमारे दिल में है। दूरियां उम्मीद की आज हमसे छूट जाए। मिलके देखा है जिन्हें वो सपने भी ना रूठ जाए। हौसला क्या जो सितम से टूट जाए। जो सितम से टूट जाए। सरफरोशी की तमन्ना अब हमारे दिल में है। सरफरोशी की तमन्ना अब हमारे दिल में है। तेरे सोने रूप को हम एक नई बहार देंगे। अपने ही लहू से रंग हम निखार लेंगे। देश मेरे देश तुझ पे जिंदगी ये वार देंगे। सरफरोशी की तमन्ना अब हमारे दिल में है। सरफरोशी की तमन्ना अब हमारे सरफरोशी की तमन्ना अब हमारे दिल में है। देखना है ਜ਼ੋਰ ਕਿਤਨਾ ਬਾਜੂਏ ਕਾਤਿਲ में है। और वाकई जी ਅੱਜ ਦਾ ਦਿਨ ਸਮਰਪਿਤ ਹੈ ਸਾਨੂੰ ਸਾਡੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਔਰ ਰਾਜਗੁਰੂ ਸੁਖਦੇਵ ਤੇ ਸਰਦਾਰ ਭਗਤ ਸਿੰਘ ਦੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਜੀਵਨ ਤੇ ਫਲਸਫੇ ਬਾਰੇ। ਔਰ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਅੱਜ ਪ੍ਰੋਫੈਸਰ ਅਵਤਾਰ ਸਿੰਘ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ ਔਰ ਜੀ। ਗੱਲ ਕਰਦੇ ਹਾਂ ਕਿ ਸਰਫਰੋਸ਼ੀ ਕੀ ਤਮੰਨਾ ਜੀ ਬੜੀ ਵੱਡੀ ਤਮੰਨਾ ਹੈ। ਜੀ ਆਮ ਤੌਰ ਤੇ ਇਸ ਉਮਰ ਦੇ ਵਿੱਚ ਨਾ ਤਮੰਨਾਵਾਂ ਹੋਰ ਹੀ ਤਰ੍ਹਾਂ ਦੀਆਂ ਹੁੰਦੀਆਂ ਨੇ, ਰੰਗੀਨ ਜਿਹੀਆਂ ਹੁੰਦੀਆਂ ਨੇ। ਕੋਈ ਨੌਕਰੀ ਮਿਲ ਜਵੇ, ਫਿਰ ਵਿਆਹ ਹੋ ਜਵੇ, ਫਿਰ ਬੱਚੇ ਹੋ ਜਾਣ। ਪਰ ਉਹ ਕਹਿੰਦੇ ਸੀ ਕਿ ਮੇਰੀਆਂ ਇਹ ਲੁਭਾਵਣੀਆਂ ਖਾਹਿਸ਼ਾਂ ਨਹੀਂ, ਉਹਨਾਂ ਦੀ ਤਮੰਨਾ ਸਰਫਰੋਸ਼ੀ ਸੀ। ਜੋ ਕਿ ਇੱਕ ਚੀਜ਼ ਹੋਰ ਨਾਲ ਦੱਸਾਂ, ਹਾਂ। ਅਕਸਰ ਨਾ ਭਗਤ ਸਿੰਘ ਕਹਿੰਦੇ ਹੁੰਦੇ ਸੀ ਕਿ ਮੈਂ ਇਸ਼ਕ ਲਿਖਣਾ ਚਾਹਨਾ ਵਾਂ ਤਾਂ ਇਨਕਲਾਬ ਲਿਖਿਆ ਜਾਂਦਾ ਹੈ। ਵਾਹ। ਦੇਖੋ ਕਿੰਨੀ ਵੱਡੀ ਗੱਲ। ਸ਼ਾਇਦ ਅੱਜ ਜੇ ਅਸੀਂ ਇਹੋ ਜਿਹੀ ਕੋਈ ਗੱਲ ਸੋਚੀਏ ਨਾ ਤੇ ਮੈਨੂੰ ਲੱਗਦਾ ਨਹੀਂ ਕਿ ਸਾਡੇ ਜ਼ਿਹਨ ਦੇ ਵਿੱਚ ਕੁਝ ਇਹੋ ਜਿਹਾ ਆਵੇਗਾ ਖਿਆਲ, ਹੈ ਨਾ। ਔਰ ਉਹਨਾਂ ਦੀ ਸੋਚ ਜਿਹੜੀ ਸੀ ਨਾ ਉਹ ਸਿਰਫ ਤੇ ਸਿਰਫ ਇਨਕਲਾਬ ਨੂੰ ਲੈ ਕੇ ਸੀ, ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸੀ। ਬਿਲਕੁਲ ਜੀ। ਅਜਿਹੀਆਂ ਸੋਚਾਂ ਇਹਨਾਂ ਨੌਜਵਾਨ ਗੱਭਰੂਆਂ ਦੇ ਦਿਲਾਂ ਦੇ ਵਿੱਚ, ਹਾਂਜੀ। ਜਿਹੜੇ ਕਿ ਜੇਕਰ ਆਪਾਂ ਅਜੋਕੇ ਸਮੇਂ ਦੇ ਨੌਜਵਾਨਾਂ ਦੀ ਗੱਲ ਕਰਦੇ ਹਾਂ, ਉਹਨਾਂ ਵੱਲ ਝਾਤ ਮਾਰਦੇ ਹਾਂ, ਅੱਜ ਕੱਲ੍ਹ ਤੇ ਉਹਨਾਂ ਨੂੰ ਫਿਲਮਾਂ ਬਣਾਉਣ ਤੋਂ ਹੀ ਨਹੀਂ ਟਾਈਮ ਲੱਗਦਾ, ਮੋਬਾਈਲ ਲੈ ਕੇ ਘੁੰਮਦੇ ਫਿਰਦੇ ਰਹਿੰਦੇ ਨੇ। ਤੇ ਇਹ ਨੌਜਵਾਨ ਦੇਸ਼ ਭਗਤੀ ਦੇ ਔਖੇ ਵਿਖੜੇ ਕੰਢਿਆਂ ਵਾਲੇ ਪਥਰੀਲੇ ਰਸਤੇ ਤੇ ਤੁਰ ਪਏ ਨੇ। ਇਹ ਇਹਨਾਂ ਨੂੰ ਇਸ ਰਸਤੇ ਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸੋਚ ਨੇ ਲਾਇਆ ਹੋਊਗਾ? ਦੇਖੋ ਜੀ, ਇਸ ਤਰ੍ਹਾਂ ਵੀ ਜਿਹੜੇ ਇੱਕ ਇਨਸਾਨ ਲੋਕ ਜੀ, ਹਰ ਇੱਕ ਦਾ ਕੋਈ ਨਾ ਕੋਈ ਮਕਸਦ ਹੁੰਦਾ ਜੀ, ਕਿਸੇ ਦਾ ਮਕਸਦ ਸਿਰਫ ਆਪਣੇ ਤੱਕ ਹੁੰਦਾ ਜੀ, ਕਿਸੇ ਦਾ ਮਕਸਦ ਆਪਣੇ ਪਰਿਵਾਰ ਤੱਕ ਹੁੰਦਾ ਜੀ ਕੋਈ ਆਪਣੇ ਮਕਸਦ ਪਿੰਡ ਨੂੰ ਬਣਾ ਲੈਂਦਾ, ਕੋਈ ਆਪਣੇ ਸੂਬੇ ਨੂੰ ਬਣਾ ਲੈਂਦਾ, ਜੀ, ਕੋਈ ਆਪਣੇ ਦੇਸ਼ ਨੂੰ ਬਣਾ ਲੈਂਦਾ, ਕੋਈ ਕੁੱਲ ਖਲਕਤ ਨੂੰ ਬਣਾ ਲੈਂਦਾ। ਜੀ। ਔਰ ਜਿਵੇਂ ਜਿਵੇਂ ਤੁਹਾਡਾ ਮਕਸਦ ਫੈਲਦਾ ਇਸ ਤਰ੍ਹਾਂ ਹੀ ਤੁਹਾਡੀ ਜਿਹੜੀ ਆ ਪਰਸਨੈਲਿਟੀ, ਤੁਹਾਡੇ ਉਹਦੇ ਵਿੱਚ ਨਿਖਾਰ ਆਉਂਦਾ, ਤੁਸੀਂ ਵੱਡੇ ਹੁੰਦੇ ਆ। ਤੁਹਾਡੀ ਮਹਾਨਤਾ ਨੂੰ ਜੇ ਸਮਝਣਾ ਹੋਵੇ ਇਸ ਨੁਕਤੇ ਤੋਂ ਸਮਝਿਆ ਜਾ ਸਕਦਾ ਵੀ ਤੁਹਾਡਾ ਮਕਸਦ ਕੀ ਹੈ। ਜੀ। ਔਰ ਇਹ ਨੌਜਵਾਨ, ਇਹਨਾਂ ਦਾ ਮਕਸਦ ਆਪਣੇ ਆਪ ਤੋਂ ਮੁਕਤ ਹੋ ਕੇ, ਆਪਣੇ ਪਰਿਵਾਰ ਤੋਂ ਮੁਕਤ ਹੋ ਕੇ, ਆਪਣੇ ਪਿੰਡਾਂ ਤੋਂ ਮੁਕਤ ਹੋ ਕੇ ਭਾਰਤੀ ਜਿਹੜੀ ਆ ਖਲਕਤ ਜਿਹੜੀ ਆ ਉਹਨਾਂ ਦੀ ਆਜ਼ਾਦੀ ਤੱਕ ਫੈਲ ਗਿਆ। ਜੀ। ਔਰ ਮੇਰਾ ਖਿਆਲ ਹੈ ਵੀ ਇੱਕ ਨੌਜਵਾਨ ਲਈ ਖਾਸ ਤੌਰ ਤੇ ਉਸ ਉਮਰ ਵਿੱਚ ਜੀ ਇਹ ਬਹੁਤ ਵੱਡਾ ਮਕਸਦ ਹੈਗਾ। ਜੀ। ਔਰ ਦੂਜਾ, ਉਹਨਾਂ ਨੂੰ ਜਿਹੜਾ ਉਸ ਵੇਲੇ ਇੱਕ ਸ਼ਬਦ ਨੇ ਪ੍ਰਭਾਵਿਤ ਕੀਤਾ, ਉਹ ਸ਼ਬਦ ਸੀ ਇਨਕਲਾਬ। ਜੀ। ਇਨਕਲਾਬ ਨੂੰ ਅੰਗਰੇਜ਼ੀ ਵਿੱਚ ਅਸੀਂ ਰੈਵੋਲੂਸ਼ਨ ਕਹਿੰਦੇ ਆ। ਜੀ। ਤੇ ਇੱਕ ਤਬਦੀਲੀ ਜਿਹੜੀ ਹੈ ਸਦਾ ਹੀ ਵਾਪਰਦੀ ਆ, ਜਿਹੜੀ ਨੇਚਰ ਹੈਗੀ ਆ, ਇਹਨੂੰ ਅਸੀਂ ਐਵੋਲੂਸ਼ਨ ਕਹਿੰਦੇ ਆ। ਜੀ। ਐਵੋਲੂਸ਼ਨ ਜਿਹੜਾ ਸਦਾ ਹੀ ਹੁੰਦਾ, ਜਿਵੇਂ ਬਾਬਾ ਫਰੀਦ ਨੇ ਲਿਖਿਆ, ਰੁੱਤ ਫਿਰੀ ਬਣ ਕੰਬਿਆ, ਪੱਤ ਝੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਉ ਨਾਏ। ਕੋਈ ਵੀ ਚੀਜ਼ ਸਦੀਵੀ ਨਹੀਂ ਹੈ, ਹਰ ਚੀਜ਼ ਬਦਲਦੀ ਆ। ਜੀ। ਉਹ ਐਵੋਲੂਸ਼ਨ ਹੁੰਦਾ। ਜੀ। ਲੇਕਿਨ ਇੱਕ ਰੈਵੋਲੂਸ਼ਨ ਹੁੰਦਾ। ਐਵੋਲੂਸ਼ਨ ਕੁਦਰਤੀ ਹੁੰਦੀ ਆ, ਰੈਵੋਲੂਸ਼ਨ ਜਿਹੜਾ ਤੁਹਾਨੂੰ ਲਿਆਉਣਾ ਪੈਂਦਾ, ਇਨਕਲਾਬ ਲਿਆਉਣਾ ਪੈਂਦਾ, ਇਹ ਆਪਣੇ ਆਪ ਨਹੀਂ ਹੁੰਦਾ।
ਇਸ ਕਰਕੇ ਜਦੋਂ ਇਹਨਾਂ ਨੂੰ ਇਹ ਲੱਗਿਆ ਕਿ ਸਾਡੇ ਦੇਸ਼ ਨੂੰ ਰੈਵੋਲੂਸ਼ਨ ਦੀ ਜ਼ਰੂਰਤ ਹੈਗੀ ਆ, ਜੀ। ਇਨਕਲਾਬ ਦੀ ਜ਼ਰੂਤ ਹੈ, ਜੀ ਤੇ ਉਹ ਆਪਣੇ ਆਪ ਨਹੀਂ ਆਉਂਦਾ, ਉਹਦੇ ਲਈ ਕੁਝ ਕਰਨਾ ਪੈਂਦਾ। ਜੀ। ਤੇ ਇਸ ਕਰਕੇ ਇਹਨਾਂ ਨੇ ਤਹੀਆ ਕੀਤਾ, ਇਹਨਾਂ ਨੇ ਫੈਸਲਾ ਕੀਤਾ ਔਰ ਇਹਨਾਂ ਨੇ ਉਸ ਇਨਕਲਾਬ ਨੂੰ ਆਪਣਾ, ਤਬਦੀਲੀ ਨੂੰ ਆਪਣਾ ਉਪਲਕਸ਼ ਬਣਾਇਆ ਜੀ ਤੇ ਆਪਣਾ ਨਿਸ਼ਾਨਾ ਬਣਾਇਆ ਔਰ ਉਸ ਨਿਸ਼ਾਨੇ ਤੇ ਚੱਲਦੇ ਚੱਲਦੇ ਅਖੀਰ ਇਹਨਾਂ ਨੂੰ ਆਪਣੀ ਜਾਨ ਦੇਣੀ ਪੈ ਗਈ। ਬਿਲਕੁਲ। ਜੀ। ਸੋ ਅਵਤਾਰ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਅੱਜ ਦੇ ਬੱਚਿਆਂ ਦੀ, ਹੁਣ ਦੇ ਅੱਜ ਦੇ ਮਾਹੌਲ ਦੀ, ਤਾਂ ਬੱਚਿਆਂ ਦਾ ਜਿਵੇਂ ਜੋਗੀ ਨੇ ਵੀ ਜ਼ਿਕਰ ਕੀਤਾ ਕਿ ਧਿਆਨ ਸਾਡਾ ਭਟਕਦਾ ਹੈ, ਅਸੀਂ ਕਦੀ ਕਿੱਧਰ ਜਾਂਦੇ ਹਾਂ, ਕਦੀ ਕਿੱਧਰ ਜਾਂਦੇ ਹਾਂ। ਪਰ ਜੇਕਰ ਅਸੀਂ ਗੱਲ ਕਰੀਏ ਉਹਨਾਂ ਮਹਾਨ ਸ਼ਹੀਦਾਂ ਦੀ, ਉਹਨਾਂ ਮਹਾਨ ਸ਼ਖਸੀਅਤਾਂ ਦੀ, ਤਾਂ ਸਕੂਲੀ ਜਿਹੜਾ ਪੱਧਰ ਸੀ ਉਹਨਾਂ ਦਾ, ਉਹ ਕਿਹੋ ਜਿਹਾ ਸੀ? ਅੱਜ ਦੇ ਬੱਚਿਆਂ ਦੇ ਨਾਲੋਂ ਕਿੱਦਾਂ ਵੱਖਰਾ ਸੀ, ਕਿਵੇਂ ਅਲੱਗ ਸੀ? ਇਸ ਤਰ੍ਹਾਂ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਜਿਹੜਾ ਜਿਹਨੂੰ ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦਾ ਘਰ, ਜੀ। ਜਦੋਂ ਵਿਹਲਾ ਮਨ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਘਰਦਿਆਂ ਨੇ ਤੁਹਾਡੇ ਮਨ ਦੇ ਵਿੱਚ ਕੋਈ ਖਾਹਿਸ਼, ਕੋਈ ਚਾਅ, ਕੋਈ ਮਕਸਦ ਪਾਇਆ ਹੀ ਨਹੀਂ ਹੈ ਜੀ ਜੀ ਜਾਂ ਪਿਆ ਹੀ ਨਹੀਂ ਹੈ। ਜੀ। ਜਿਵੇਂ ਤੁਸੀਂ ਪਹਿਲਾਂ ਦੱਸ ਕੇ ਹਟੇ ਆ ਵੀ ਜਿਹੜਾ ਬੰਦਾ ਵਿਹਲਾ ਉਹਦਾ ਕੀ ਹੈ, ਮੋਬਾਈਲ 'ਚ ਫੋਟੋ ਖਿੱਚੀ ਜਾਂਦਾ, ਕਦੇ ਕਾਹੇ ਦੀ ਕਦੇ ਕਾਹੇ ਦੀ, ਜੀ। ਜੀ। ਉਹਦੀ ਮੈਂ ਅੱਜ ਕੱਲ੍ਹ ਫੇਸਬੁੱਕ ਤੇ ਚਾੜਤੀ ਬਿਲਕੁਲ ਤੇ ਜਾਂ ਆਪਣੇ ਬੱਚਿਆਂ ਦੀ ਫੋਟੋਆਂ ਪਾਤੀਆਂ, ਹਾਂਜੀ ਦਿਓ ਆਸ਼ੀਰਵਾਦ, ਬਿਲਕੁਲ। ਇਸ ਤਰ੍ਹਾਂ ਦਾ ਉਹ ਵਿਹਲੇ ਮਨਾਂ ਦਾ ਕੰਮ ਹੈ। ਪਰ ਇਹ ਜਿਹੜੇ ਆ ਲੋਕ ਤਿੰਨੇ ਹੀ ਖਾਸ ਤੌਰ ਦੇ ਉੱਤੇ ਨੌਜਵਾਨ, ਹੋਰ ਵੀ ਬੜੇ ਹਜ਼ਾਰਾਂ ਨੌਜਵਾਨ ਹੋਏ ਆ, ਜੀ। ਜੀ ਤੇ ਲੇਕਿਨ ਅੱਜ ਅਸੀਂ ਇਹਨਾਂ ਤਿੰਨਾਂ ਦੀ ਗੱਲ ਕਰ ਰਹੇ ਹਾਂ। ਜੀ। ਜੀ ਇਸ ਕਰਕੇ ਇਹਨਾਂ ਤਿੰਨਾਂ ਦਾ ਜਿਹੜਾ ਬਚਪਨ ਹੈ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਘਰ ਵਿੱਚ, ਉਹਨਾਂ ਦੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਜਾਂ ਇਸ ਤਰ੍ਹਾਂ ਦੀ ਐਜੂਕੇਸ਼ਨ ਹੋਈ, ਇਸ ਤਰ੍ਹਾਂ ਜੀ। ਦੇ ਇਹਨਾਂ ਨੂੰ ਉਸਤਾਦ ਟੱਕਰੇ ਜੀ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਮਕਸਦ ਦਿੱਤਾ ਔਰ ਇਹਨਾਂ ਨੂੰ ਉਸ ਵਿਹਲੇਪਣ ਤੋਂ, ਉਸ ਤੋਂ ਜੀ, ਇਹਨਾਂ ਨੂੰ ਜੀ। ਉਹਨਾਂ ਨੇ ਇੱਕ ਦਿਸ਼ਾ ਦਿੱਤੀ। ਜੀ ਤੇ ਉਸ ਵੇਲੇ ਮੈਨੂੰ ਯਾਦ ਹੈ ਕਿ ਜੋ ਅਸੀਂ ਪੜ੍ਹਦੇ ਹਾਂ ਸਾਡੇ ਸਕੂਲਾਂ ਦੇ ਵਿੱਚ, ਸਾਡੇ ਅਧਿਆਪਕ ਜਿਹੜੇ ਆ ਉਹ ਬੱਚਿਆਂ ਨੂੰ ਖਾਸ ਤੌਰ ਤੇ ਇਸ ਦਿਸ਼ਾ ਵੱਲ ਤੋਰਦੇ ਸੀਗੇ। ਜੀ ਬਿਲਕੁਲ। ਤੇ ਕਿਤਾਬਾਂ, ਅਧਿਆਪਕ, ਇਹ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ, ਤੁਹਾਡੇ ਪੇਰੈਂਟਸ ਦਾ ਮਾਹੌਲ, ਦੇਸ਼ ਦਾ ਵਾਤਾਵਰਨ, ਤੁਹਾਡੇ ਜੀ। ਉਸਤਾਦ, ਤੁਹਾਡੀਆਂ ਕਿਤਾਬਾਂ, ਇਹ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਸ ਤਰ੍ਹਾਂ ਦੇ ਇਨਸਾਨ ਪੈਦਾ ਹੁੰਦੇ ਆ। ਬਿਲਕੁਲ ਜੀ। ਤੁਸੀਂ ਕਿਤਾਬਾਂ ਦੀ ਗੱਲ ਕੀਤੀ ਹੈ, ਕਿਤਾਬਾਂ ਦਾ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਹਿੰਦੇ ਬਹੁਤ ਸ਼ੌਂਕ ਹੁੰਦਾ ਸੀ, ਬਹੁਤ ਜ਼ਿਆਦਾ ਪੜ੍ਹਦੇ ਹੁੰਦੇ ਸੀ, ਕਿਤਾਬਾਂ ਉਹਨਾਂ ਦੀ ਜ਼ਿੰਦਗੀ ਬਣ ਗਈਆਂ ਸੀ, ਕਿਤਾਬਾਂ ਦੇ ਸੰਗ ਖੁਦ ਕਿਤਾਬ ਹੋ ਜਾਣਾ ਲੋਚਦੇ ਸੀ, ਕਿਤਾਬਾਂ ਦੇ ਨਾਲ ਮੁਹੱਬਤ ਸੀ। ਇਹ ਜਿਹੜੀਆਂ ਕਿਤਾਬਾਂ ਨੇ, ਇਹ ਜਿਹੜਾ ਪੜ੍ਹਨਾ ਆ, ਇਹ ਜਿਹੜਾ ਅਭਿਆਸ ਆ, ਇਹ ਸਾਨੂੰ ਬਾਕੀਆਂ ਦੇ ਨਾਲੋਂ ਕਿਵੇਂ ਵੱਖਰਾ ਕਰਦਾ ਹੈ? ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਨਾਲ ਜੋੜ ਕੇ ਆਪਾਂ ਜੇ ਇਸ ਨੂੰ ਲਈਏ ਤਾਂ। ਹਾਂਜੀ, ਇਸ ਤਰ੍ਹਾਂ ਜੀ ਜਿਹੜੀ ਐਜੂਕੇਸ਼ਨ ਹੈ, ਜਿਹੜੀ ਕਿਤਾਬਾਂ, ਗਿਆਨ, ਇਹ ਇੱਕ ਤਰ੍ਹਾਂ ਦਾ ਮੁਕਤੀ ਮਾਰਗ ਆ। ਜੀ ਦੇਖੋ ਬਹੁਤ ਸਾਰੇ ਲੋਕ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਕਤੀ, ਇਹ ਬੜਾ ਕਾਮਨ ਸ਼ਬਦ ਹੈ ਸਾਡੇ, ਹਰ ਇਨਸਾਨ ਚਾਹੁੰਦਾ ਮੈਂ ਮੁਕਤੀ ਪਾਉਣੀ ਹੈ। ਜੀ ਲੇਕਿਨ ਮੁਕਤੀ ਜਿਹੜੀ ਆ ਉਹ ਕਿਸੇ ਥਾਵਾਂ ਦੇ ਉੱਤੇ ਘੁੰਮ ਕੇ ਜਾਂ ਕਿਸੇ ਦੀਆਂ ਆਸ਼ੀਰਵਾਦਾਂ ਲੈ ਕੇ ਜਾਂ ਜਿਸ ਤਰ੍ਹਾਂ ਮੈਂ ਉਹਦੇ ਵੱਲ ਬਹੁਤ ਹੀ ਜ਼ਿਆਦਾ ਟਿੱਪਣੀ ਜੀ, ਨਹੀਂ ਕਰਨੀ ਜੀ, ਜੀ ਬਿਲਕੁਲ। ਉਸ ਤਰ੍ਹਾਂ ਦੀ ਮਿਲਦੀ। ਜੀ। ਮੁਕਤੀ ਜਿਹੜੀ ਹੈ ਗਿਆਨ 'ਚ ਪਈ ਹੁੰਦੀ ਆ ਜੀ। ਔਰ ਗਿਆਨ ਜਿਹੜਾ ਕਿਤਾਬਾਂ 'ਚ ਹੁੰਦਾ ਆ। ਤੇ ਇਹ ਤਿੰਨੇ ਨੌਜਵਾਨ, ਭਗਤ ਸਿੰਘ ਦਾ ਥੋੜਾ ਜਿਹਾ ਸਾਨੂੰ ਜ਼ਿਆਦਾ ਪਤਾ ਆ ਕਿਉਂਕਿ ਸਾਡੇ ਜ਼ਿਆਦਾ ਨੇੜੇ ਆ ਜੀ ਜਾਂ ਉਹਦੇ ਨਾਲ ਅਸੀਂ ਸਮਾਜਿਕ ਤੌਰ ਤੇ ਜ਼ਿਆਦਾ ਜੁੜੇ ਹੋਏ ਆ। ਜੀ। ਪਰ ਇਹ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ, ਇਹ ਤਿੰਨੇ ਹੀ ਪੜ੍ਹਨ ਦੇ ਬਹੁਤ ਸ਼ੌਕੀਨ ਸੀਗੇ, ਇਹ ਚੰਗੇ ਸਕੂਲ ਦੇ ਵਿੱਚ ਚੰਗੇ ਵਿਦਿਆਰਥੀ ਸੀਗੇ। ਜੀ। ਤੇ ਇਹ ਔਰ ਹਮੇਸ਼ਾ ਉਸ ਸਕੂਲ ਨੂੰ ਵੀ ਅੰਗਰੇਜ਼ ਇਹ ਕਿਹਾ ਕਰਦੇ ਸੀ ਕਿ ਇਹ ਦੇਸ਼ ਭਗਤਾਂ ਦੀ ਨਰਸਰੀ ਆ। ਹਾਂਜੀ ਹਾਂਜੀ ਜੀ। ਤੇ ਇਸ ਕਰਕੇ ਭਗਤ ਸਿੰਘ ਬਾਰੇ ਤਾਂ ਜਿਹੜੀਆਂ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ, ਬਹੁਤ ਜੀ। ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਔਰ ਉਹਨਾਂ ਕਿਤਾਬਾਂ ਦੇ ਵਿੱਚ ਵੀ ਉਹਦੇ ਖਾਸ ਮੂਵਮੈਂਟ, ਉਹ ਖਾਸ ਗੱਲਾਂ ਜਿਹੜੀਆਂ ਵੀ ਉਹ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਵੀ ਆਖਰੀ ਸਮੇਂ ਤੱਕ ਵੀ ਉਹ ਪੜ੍ਹਦੇ ਸੀਗੇ। ਜੀ। ਔਰ ਖਾਸ ਤੌਰ ਦੇ ਉੱਤੇ ਉਸ ਵੇਲੇ ਇਹ ਕਿਹਾ ਜਾਂਦਾ ਸੀਗਾ ਜਿਹੜਾ 22 ਸਾਲ ਤੱਕ ਜਿਹੜਾ ਕਮਿਊਨਿਸਟ ਨਹੀਂ ਬਣਦਾ, ਉਹ ਵੀ ਸਮਝ ਲਓ ਵੀ ਉਹ ਜਵਾਨ ਨਹੀਂ ਹੋਇਆ। ਜੀ ਤੇ ਇਹ ਗੱਲ ਕਹੀ ਜਾਂਦੀ ਸੀ ਉਸ ਵੇਲੇ। ਜੀ, ਔਰ ਜੀ। ਖਾਸ ਤੌਰ ਤੇ ਉਸ ਵੇਲੇ ਭਗਤ ਸਿੰਘ ਜਿਹੜਾ ਇਹ ਕਮਿਊਨਿਸਟ ਲਿਟਰੇਚਰ ਜਿਹੜਾ ਮਾਰਕਸਿਜ਼ਮ ਦੀ ਦਾਸ ਕੈਪੀਟਲ, ਉਹ ਕਹਿੰਦੇ ਪੜ੍ਹਦਾ ਸੀਗਾ। ਇਹ ਦੱਸਿਆ ਜਾਂਦਾ ਵੀ ਉਹ ਪੜ੍ਹਦਾ ਸੀਗਾ। ਤੇ ਔਰ ਉਹ ਪੜ੍ਹਨਾ ਖਾਲਾ ਜੀ ਦਾ ਬਾੜਾ ਨਹੀਂ ਹੈ। ਬਿਲਕੁਲ। ਉਹ ਕਈ ਵਾਰੀ ਤੇ ਸ਼ੱਕ ਹੋ ਜਾਂਦੀ ਹੈ ਵੀ ਇਸ ਉਮਰ ਵਿੱਚ ਉਸ ਤਰ੍ਹਾਂ ਦੀ ਕਿਤਾਬ ਪੜ੍ਹ ਲੈਣਾ ਬਹੁਤ ਵੱਡੀ ਗੱਲ ਸੀ। ਜੀ, ਜੀ, ਇੱਥੋਂ ਉਹਨਾਂ ਦੇ ਮਾਨਸਿਕ ਤੇ ਬੌਧਿਕ ਪੱਧਰ ਦਾ ਵੀ ਪਤਾ ਲੱਗਦਾ ਹੈ ਵੀ ਉਹ ਬਿਲਕੁਲ। ਕਿਹੋ ਜਿਹੇ, ਉਹ ਇਕੱਲੇ ਇਮੋਸ਼ਨਲ ਇਨਸਾਨ ਨਹੀਂ ਸੀ ਵੀ ਭਾਵੁਕਤਾ ਬਸ ਇਸ ਪਾਸੇ ਆ ਗਏ, ਜੀ। ਉਹ ਬੜੇ ਗਿਆਨ ਦੇ ਨਾਲ ਇਸ ਪਾਸੇ ਤੁਰੇ ਹੋਏ ਸੀਗੇ। ਤੇ ਉਹਨਾਂ ਦੀਆਂ ਕਿਤਾਬਾਂ ਦਾ ਤਾਂ ਕਾਫੀ ਜ਼ਿਕਰ ਹੁੰਦਾ ਰਹਿੰਦਾ ਕਿ ਉਹ ਬੜੇ ਬਿਲਕੁਲ। ਚੰਗੇ ਪੜ੍ਹਾਕੂ ਸੀਗੇ। ਬਿਲਕੁਲ। ਕਹਿੰਦੇ ਕਿ ਵੀਰ ਭਗਤ ਸਿੰਘ ਨੇ ਲਿਆ ਦਿਲ ਵਿੱਚ ਮਤਾ ਪਕਾ, ਮੈਂ ਦੇਸ਼ ਨੂੰ ਆਜ਼ਾਦ ਕਰਾਣਾ, ਬਸ ਮੇਰਾ ਇਹੋ ਇੱਕ
ਜਿਹੜਾ ਮੁੱਦਾ ਹੈ। ਔਰ ਇਸ ਮੁੱਦੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਇਨਕਲਾਬ ਜ਼ਿੰਦਾਬਾਦ ਦੀ, ਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਜਿਹੜਾ ਉਹ ਭਗਤ ਸਿੰਘ ਹੋਰਾਂ ਨੇ ਹੀ ਦਿੱਤਾ। ਔਰ ਕੀ ਸੀ ਉਹਦਾ ਮਕਸਦ, ਜਾਂ ਅਸੀਂ ਕਹਿ ਰਹੀ ਕਿ ਉਹਦਾ ਮਤਲਬ, ਉਹ ਕਿਉਂ ਇਸ ਵੱਲ ਤੁਰੇ ਔਰ ਕਿਉਂ ਕਹਿਣਾ ਚਾਹੁੰਦੇ ਸੀ ਇਨਕਲਾਬ ਜ਼ਿੰਦਾਬਾਦ? ਮੈਂ ਥੋੜੀ ਜੀ ਇਹਦੀ ਬੈਕਗਰਾਉਂਡ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਜੀ ਕਿ ਉਸ ਵੇਲੇ ਜਿਹੜਾ ਭਗਤ ਸਿੰਘ ਉਹਨਾਂ ਦਾ ਸਮਾਂ ਆ ਜੀ, ਅੰਗਰੇਜ਼ਾਂ ਨੂੰ ਹਿੰਦੁਸਤਾਨ ਦੇ ਉੱਤੇ ਰਾਜ ਕਰਦਿਆਂ ਕਾਫੀ ਸਮਾਂ ਹੋ ਚੁੱਕਾ ਸੀਗਾ ਔਰ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਖਿਲਾਫ ਆਵਾਜ਼ ਵੀ ਉੱਠ ਚੁੱਕੀ ਸੀਗੀ ਜੀ, ਲੋਕ ਜਾਗਰੂਕ ਹੋ ਚੁੱਕੇ ਸੀਗੇ ਜੀ, ਸਾਡੇ ਪੋਲੀਟੀਕਲ ਰਾਜਸੀ ਨੇਤਾ ਵੀ ਤੇ ਲੋਕ ਵੀ ਹਰ ਤਰ੍ਹਾਂ ਦੀ ਜਥੇਬੰਦੀਆਂ ਹਿੰਦੁਸਤਾਨ 'ਚ ਬਣ ਚੁੱਕੇ ਸੀਗੇ। ਗਾਂਧੀ ਜੀ ਜਿਹੜੇ ਆ ਉਹਨਾਂ ਨੇ ਬੜੀ ਵੱਡੀ ਪੱਧਰ ਦੇ ਉੱਤੇ ਇੱਕ ਜਾਗਰੂਕਤਾ ਪੈਦਾ ਕਰ ਦਿੱਤੀ ਸੀ ਜੀ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਪਾਸੇ ਲੱਗੇ ਹੋਏ ਸੀਗੇ ਜੀ। ਕੁਝ ਵਰਲਡ ਦੇ ਕੁਝ ਇਤਿਹਾਸ ਦੇ ਜਾਂ ਤੁਸੀਂ ਕਹ ਲਓ ਵੀ ਰਾਜਨੀਤੀ ਦੇ ਕੁਝ ਉਹਦੇ ਵਿੱਚ ਵੀ ਕੁਝ ਚੇਂਜਸ ਆ ਰਹੀਆਂ ਸੀਗੀਆਂ ਕਿ ਹਿੰਦੁਸਤਾਨ ਅੰਗਰੇਜ਼ਾਂ ਨੂੰ ਲੱਗਣ ਲੱਗ ਪਿਆ ਸੀਗਾ ਵੀ ਅਸੀਂ ਹਿੰਦੁਸਤਾਨ ਦੇ ਉੱਤੇ ਬਹੁਤੀ ਦੇਰ ਕਾਬਜ਼ ਨਹੀਂ ਰਹਿ ਸਕਦੇ ਸੀਗੇ ਤੇ ਇਸ ਕਰਕੇ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀਗਾ ਸਾਈਮਨ ਕਮਿਸ਼ਨ ਜੀ, ਬਿਲਕੁਲ। ਔਰ ਉਹਨਾਂ ਦੀ ਡਿਊਟੀ ਇਹ ਲਾਈ ਸੀ ਵੀ ਤੁਸੀਂ ਹਰੇਕ 10 ਸਾਲ ਬਾਅਦ ਹਿੰਦੁਸਤਾਨ ਜਾ ਕੇ ਸਟੱਡੀ ਕਰਨੀ ਆ ਵੀ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਹੁਣ ਰਾਜਨੀਤੀ ਅਪਣਾ ਸਕਦੇ ਆ, ਇਹਨੂੰ ਅਸੀਂ ਕਿੰਨਾ ਕੁ ਛੱਡ ਸਕਦੇ ਆ, ਕਿੰਨਾ ਕੁ ਆਪਣਾ ਦਬਦਬਾ ਘਟਾ ਸਕਦੇ ਆ ਜਾਂ ਕਿੰਨਾ ਕੁ ਰੱਖ ਸਕਦੇ ਆ ਜਾਂ ਕਿੰਨੀ ਦੇਰ ਤੱਕ ਅਸੀਂ ਇਹਨੂੰ ਖਿੱਚ ਸਕਦੇ ਆ। ਉਹ ਕਮਿਸ਼ਨ ਜਿਹੜਾ 10 ਸਾਲ ਬਾਅਦ ਆਉਂਦਾ ਸੀਗਾ ਸਟੱਡੀ ਕਰਨ। ਔਰ ਜਦੋਂ ਲੇਕਿਨ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਵਿੱਚ ਉਸ ਕਮਿਸ਼ਨ ਬਾਰੇ ਦੋ ਤਰ੍ਹਾਂ ਦੀ ਰਾਏ ਬਣ ਗਈ ਸੀਗੀ। ਕੁਝ ਲੋਕ ਤਾਂ ਉਹਨਾਂ ਨੂੰ ਚੰਗਾ ਵੀ ਸਮਝਦੇ ਸੀਗੇ, ਉਹ ਕਹਿੰਦੇ ਵੀ ਇਹ ਸਟੱਡੀ ਕਰ ਰਹੇ ਆ ਵੀ ਉਹਨਾਂ ਨੇ ਕਦੋਂ ਸਾਨੂੰ ਆਜ਼ਾਦ ਕਰਨਾ ਜੀ, ਲੇਕਿਨ ਉਹਦਾ ਦੂਜਾ ਪੱਖ ਇਹ ਵੀ ਸੀ ਵੀ ਕਿੰਨਾ ਹੋਰ ਇਹਨਾਂ ਨੂੰ ਅਸੀਂ ਗੁਲਾਮ ਰੱਖ ਸਕਦੇ ਹਾਂ ਤੇ ਸਾਡੇ ਲੀਡਰ ਕੁਝ ਉਹਦਾ ਵਿਰੋਧ ਕਰਦੇ ਸੀ, ਕੁਝ ਉਹਨੂੰ ਹੱਕ ਵਿੱਚ ਵੀ ਸੀਗੇ। ਲੇਕਿਨ ਜਦੋਂ ਉਹ ਕਮਿਸ਼ਨ ਹਿੰਦੁਸਤਾਨ 'ਚ ਆਇਆ, ਉਹਦਾ ਸਾਈਮਨ ਕਮਿਸ਼ਨ, ਉਹਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਲਾਲਾ ਲਾਜਪਤ ਰਾਏ ਹੁਣਾਂ ਨੇ ਵੀ ਲਾਹੌਰ ਆਏ ਜੀ ਤੇ ਲਾਲਾ ਲਾਜਪਤ ਰਾਏ ਹੁਣਾਂ ਨੇ ਆਪਣੇ ਨਾਲ ਬੰਦੇ ਲੈ ਕੇ ਉਹਨਾਂ ਦੇ ਖਿਲਾਫ ਧਰਨਾ ਦਿੱਤਾ ਔਰ ਉੱਥੇ ਨਾਅਰੇ ਮਾਰੇ, ਸ਼ੇਮ ਸਾਈਮਨ ਗੋ ਬੈਕ। ਔਰ ਜਦੋਂ ਨਾਅਰੇ ਮਾਰੇ ਰੇਲਵੇ ਸਟੇਸ਼ਨ ਦੇ ਬਾਹਰ ਤੇ ਉੱਥੇ ਉਸ ਵੇਲੇ ਇੱਕ ਅਫਸਰ ਸੀਗਾ, ਅੰਗਰੇਜ਼ ਅਫਸਰ ਸਕਾਟ, ਉਹਨੇ ਆ ਕੇ ਲਾਠੀ ਚਾਰਜ ਕੀਤਾ ਔਰ ਲਾਲਾ ਲਾਜਪਤ ਰਾਏ ਜੀ ਦੇ ਲਾਠੀਆਂ ਲੱਗੀਆਂ ਔਰ ਤੋਂ 2 ਹਫ਼ਤੇ ਬਾਅਦ ਲਾਜਪਤ ਰਾਏ ਜੀ ਹਸਪਤਾਲ ਵਿੱਚ ਦਮ ਤੋੜ ਗਏ ਜੀ। ਤੇ ਔਰ ਜਦੋਂ ਉਸ ਵੇਲੇ ਇੱਕ ਐਡੀ ਵੱਡੀ ਘਟਨਾ ਵਾਪਰ ਗਈ ਵੀ ਅੰਗਰੇਜ਼ ਅਫਸਰਾਂ ਨੇ, ਪੁਲਿਸ ਨੇ ਸਾਡਾ ਭਾਰਤ ਦਾ ਇੱਕ ਬੰਦਾ ਜਿਹੜਾ ਉਹ ਕੁੱਟ-ਕੁੱਟ ਕੇ ਮਾਰ ਦਿੱਤਾ। ਉਸ ਵੇਲੇ ਨੌਜਵਾਨਾਂ ਦਾ ਖੂਨ ਬਹੁਤ ਖੌਲਦਾ ਔਰ ਖਾਸ ਤੌਰ ਦੇ ਉੱਤੇ ਉਸ ਵੇਲੇ ਭਗਤ ਸਿੰਘ ਉਹਨਾਂ ਦਾ ਖੂਨ ਖੌਲਿਆ, ਰਾਜਗੁਰੂ ਸੁਖਦੇਵ ਉਹਨਾਂ ਦਾ ਖੂਨ ਖੌਲਿਆ ਤੇ ਇਹਨਾਂ ਨੇ ਇੱਕਦਮ ਇਹਨਾਂ ਦੇ ਸਾਹਮਣੇ ਆਇਆ ਵੀ ਅਸੀਂ ਇਸ ਚੀਜ਼ ਦਾ ਬਦਲਾ ਲੈਣਾ, ਅਸੀਂ ਇੱਕ ਬੰਦਾ ਸਾਡਾ ਮਰਿਆ, ਅਸੀਂ ਸੁੱਕਾ ਨਹੀਂ ਜਾਣ ਦੇਣਾ ਹੈ ਔਰ ਇਹਨਾਂ ਨੇ ਉਹਦਾ ਬਦਲਾ ਲਿਆ। ਉਹ ਗੱਲ ਵੱਖਰੀ ਆ ਕਿ ਜਿਹੜਾ ਸਕਾਟ ਸੀਗਾ ਉਹਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਇਹਨਾਂ ਨੇ ਆਉਣਾ ਹੈ ਤੇ ਉਹਨਾਂ ਨੇ ਉਹਨੂੰ ਖਤਮ ਕਰਨਾ ਹੈ ਤੇ ਉਸ ਦਿਨ ਇੱਕ ਭੁਲੇਖਾ ਲੱਗ ਗਿਆ, ਕਿਸੇ ਨੇ ਨਿਸ਼ਾਨਦੇਹੀ ਗਲਤ ਹੋ ਗਈ ਕਿ ਉਹ ਸਕਾਟ ਦੀ ਜਗ੍ਹਾ ਤੇ ਇੱਕ ਸਾਂਡਰਸ ਜਿਹੜਾ ਉਹ ਗੋਲੀ ਦਾ ਨਿਸ਼ਾਨਾ ਬਣ ਗਿਆ ਔਰ ਮਰ ਗਿਆ। ਲੇਕਿਨ ਚਲੋ ਉਹ ਤੇ ਅੱਗੇ ਇਹਨਾਂ ਨੇ ਦਿੱਲੀ ਵਿੱਚ ਫਿਰ ਬੰਬ ਸਿੱਟਿਆ। ਉਸ ਵੇਲੇ ਭਗਤ ਸਿੰਘ ਹੁਣੀ ਫਿਰ ਆਪ ਹੀ ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ, ਸਾਨੂੰ ਗ੍ਰਿਫਤਾਰ ਕਰੋ। ਉੱਥੇ ਉਹਨਾਂ ਨੇ ਲਿਟਰੇਚਰ ਵੰਡਿਆ। ਔਰ ਜਿਹੜਾ ਤੁਸੀਂ ਬੰਬ ਸਿੱਟਣ ਦੀ ਗੱਲ ਕਰ ਰਹੇ ਹੋ, ਬੰਬ ਸੁੱਟਣਾ, ਜਦੋਂ ਬੰਬ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਨਾ ਤੇ ਬੰਬ ਦਾ ਅਰਥ ਇੱਕ ਬਹੁਤ ਵੱਡਾ ਧਮਾਕਾ, ਆਲੇ ਦੁਆਲੇ ਸਾਨੂੰ ਬਹੁਤ ਕੁਝ ਖਿਲਰਿਆ ਪਤਰਿਆ ਨਜ਼ਰ ਆਉਂਦਾ, ਬਹੁਤ ਸਾਰੀਆਂ ਜਾਨਾਂ ਜਿਹੜੀਆਂ ਮਿੱਟੀ ਵਾਂਗ ਵਿਛੀਆਂ ਹੋਈਆਂ ਸਾਨੂੰ ਨਜ਼ਰ ਆਉਂਦੀਆਂ ਨੇ। ਪਰ ਉਸ ਵੇਲੇ ਜਦੋਂ ਅਸੈਂਬਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੰਬ ਸੁੱਟਿਆ ਤਾਂ ਉੱਥੇ ਕਿਸੇ ਦੀ ਵੀ ਜਾਨ ਨਹੀਂ ਗਈ। ਉਹ ਧਮਾਕਾ ਜਿਹੜਾ ਸੀ, ਉਹ ਬੰਬ ਸੁੱਟਣਾ ਜਿਹੜਾ ਸੀ, ਉਹਦਾ ਅਸਲ ਮਨੋਰਥ ਜਿਹੜਾ ਆ, ਉਹ ਮਕਸਦ ਕੀ ਸੀਗਾ? ਹਾਂਜੀ, ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਵੇਂ ਇਹਨਾਂ ਨੇ ਉਸ ਲਾਲਾ ਲਾਜਪਤ ਰਾਏ, ਇੱਕ ਜਿਵੇਂ ਹੁੰਦਾ ਨਾ ਵੀ ਤੁਹਾਡੇ ਮਨ ਦੇ ਉੱਤੇ ਇੱਕ ਸਮੇਂ ਦਾ ਪ੍ਰਭਾਵ ਪੈਂਦਾ ਹੈ, ਉਸ ਵੇਲੇ ਇਹਨਾਂ ਦੇ ਮਨ 'ਚ ਇੱਕ ਰਿਵੋਲਟ ਪੈਦਾ ਹੋਇਆ ਵੀ ਸਾਡਾ ਬੰਦਾ ਮਰ ਗਿਆ ਔਰ ਉਹਨਾਂ ਨੇ ਉਹਦੀ ਬਦਲਾ ਲੈਣ ਦੀ ਸੋਚੀ ਔਰ ਉਹਨਾਂ ਨੇ ਉਹਦਾ ਬਦਲਾ ਲਿਆ ਵੀ। ਲੇਕਿਨ ਇਹ ਉਹਨਾਂ ਦੇ ਸੁਭਾਅ ਦਾ ਪਰਮਾਨੈਂਟ ਫੀਚਰ ਨਹੀਂ ਸੀ ਵਾਇਲੈਂਸ ਹੋਣਾ ਜਾਂ ਬੰਦੇ ਮਾਰਨੇ, ਇਹ ਉਸ ਤਰ੍ਹਾਂ ਉਹਨਾਂ ਦੀ ਫਿਲਾਸਫੀ ਨਹੀਂ ਸੀ। ਲੇਕਿਨ ਉਹ ਇੱਕ ਹਾਲਾਤ ਤੋਂ ਜਾਂ ਇੱਕ ਘਟਨਾ ਤੋਂ ਪ੍ਰਭਾਵ ਵਿੱਚ ਆ ਕੇ ਇਸ ਤਰ੍ਹਾਂ ਕੀਤਾ ਉਹਨਾਂ ਨੇ। ਲੇਕਿਨ ਭਗਤ ਸਿੰਘ ਨੂੰ ਜਦੋਂ ਅਸੀਂ ਉਹਨਾਂ ਦੀਆਂ ਕਿਤਾਬਾਂ 'ਚ ਪੜ੍ਹਦੇ ਹਾਂ, ਉਹ ਇੱਕ ਇਨਲਾਈਟਨ ਇੱਕ ਸੈਲਫ ਸੀਗਾ ਔਰ ਉਹ ਉਸ ਤਰ੍ਹਾਂ ਬੰਦੇ ਮਾਰਨ ਵਿੱਚ ਜਾਂ ਇਸ ਤਰ੍ਹਾਂ ਦਾ ਉਹਨਾਂ ਦਾ ਯਕੀਨ ਨਹੀਂ ਸੀਗਾ। ਇਸੇ ਕਰਕੇ ਜਦੋਂ ਉਹਨਾਂ ਨੇ ਜਿਹੜੀ ਹੁਣ ਪਾਰਲੀਮੈਂਟ ਹੈ, ਉਸ ਵੇਲੇ ਅਸੈਂਬਲੀ ਸੀ ਹਿੰਦੁਸਤਾਨ ਦੀ ਦਿੱਲੀ ਵਿੱਚ,
ਉਸ ਅਸੈਂਬਲੀ ਵਿੱਚ ਉਹਨੂੰ ਅਸੀਂ ਬੰਬ ਕਹਿ ਦਿੰਦੇ ਹਾਂ ਅੰਗਰੇਜ਼ੀ ਵਿੱਚ, ਜੀ। ਅਸਲ ਵਿੱਚ ਉਹ ਪਟਾਕਾ ਸੀ ਜੀ। ਔਰ ਉਹ ਪਟਾਕੇ ਦਾ ਨਾ ਉਹ ਪਟਾਕੇ ਦੀ ਕੈਪੈਸਿਟੀ ਸੀ ਤੇ ਨਾ ਉਹਨਾਂ ਦੀ ਇੱਛਾ ਸੀ ਕਿ ਇਹ ਬੰਦੇ ਮਾਰਨੇ ਜਾਂ ਕਿਸੇ ਨੂੰ ਬਿਲਕੁਲ। ਨੁਕਸਾਨ ਕਰਨਾ ਹੈ। ਜੀ ਤੇ ਉੱਥੇ ਉਹਨਾਂ ਨੇ ਕੁਝ ਪੰਫਲੇਟ ਵੰਡੇ, ਉਹਦਾ ਮਤਲਬ ਸਿਰਫ ਇੰਨਾ ਸੀਗਾ ਧਿਆਨ ਖਿੱਚਣਾ। ਜੀ ਅਸੀਂ ਉਹਨਾਂ ਦਾ ਧਿਆਨ ਖਿੱਚਣਾ ਤਾਂ ਕਿ ਉਹ ਸਾਡੀ ਗੱਲ ਸੁਣਨ। ਇਹ ਉਹਨਾਂ ਦਾ ਮਕਸਦ ਸੀਗਾ। ਉਹਨਾਂ ਦਾ ਮਕਸਦ ਵਾਇਲੈਂਸ ਜਾਂ ਬੰਦੇ ਮਾਰਨਾ ਜਾਂ ਉਹਨੂੰ ਉਡਾਉਣਾ ਜਾਂ ਇਸ ਤਰ੍ਹਾਂ ਦਾ ਨਹੀਂ ਸੀ। ਜੀ ਧਿਆਨ ਖਿੱਚਣਾ ਸੀ, ਕਿਉਂਕਿ ਧਿਆਨ ਖਿੱਚਣਾ ਤਾਂ ਤੁਹਾਡਾ ਫਰਜ਼ ਬਣਦਾ। ਤੁਸੀਂ ਗੱਲ ਕਹਿ ਰਹੇ ਹੋ, ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਔਰ ਜੇ ਹੁਕੂਮਤ ਨੂੰ ਉਹ ਗੱਲ ਉਹ ਸੁਣਦੀ ਹੀ ਨਹੀਂ ਹੈ ਜਾਂ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਦੀ ਨਹੀਂ ਹੈ ਤੇ ਉਹਨਾਂ ਨੂੰ ਕੰਨਾਂ ਤੱਕ ਪਹੁੰਚਾਉਣ ਲਈ ਉਹਨਾਂ ਨੇ ਉਹ ਇੱਕ ਮਕਸਦ ਆਪਣਾ ਤਰੀਕਾ ਅਪਣਾਇਆ। ਜੀ ਉਹਨਾਂ ਨੇ ਉਹ ਪਟਾਕਾ ਚਲਾ ਕੇ ਜਾਂ ਬੰਬ ਚਲਾ ਕੇ ਉਹਨਾਂ ਦਾ ਧਿਆਨ ਖਿੱਚਿਆ ਤੇ ਉਹਨਾਂ ਦੀ ਗੱਲ ਸੁਣੀ ਗਈ। ਉਹਨਾਂ ਦਾ ਕੇਸ ਚੱਲਿਆ, ਉਹ ਤੋਂ ਬਾਅਦ ਉਹ ਅੱਗੀਆਂ ਲੰਮੀ ਚੌੜੀ ਕਹਾਣੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਦੋਂ ਉਹ ਦਿਨ ਆਵੇਗਾ ਜਦੋਂ ਅਸੀਂ ਆਜ਼ਾਦ ਹੋਵਾਂਗੇ, ਆਪਣੀ ਹੀ ਧਰਤੀ ਹੋਵੇਗੀ ਤੇ ਆਪਣਾ ਅਸਮਾਨ ਹੋਵੇਗਾ। ਔਰ ਇਹੋ ਜੀ ਆਜ਼ਾਦੀ ਦੇ ਘੁਲਾਟੇ ਨੇ। ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਕਿਹੋ ਜੀ ਆਜ਼ਾਦੀ ਚਾਹੁੰਦੇ ਸੀ ਸ਼ਹੀਦ ਭਗਤ ਸਿੰਘ ਨਾਲ ਰਾਜਗੁਰੂ ਸੁਖਦੇਵ? ਕਿਉਂਕਿ ਆਜ਼ਾਦੀ ਸਿਰਫ ਅੰਗਰੇਜ਼ਾਂ ਤੋਂ ਜਿਹੜੀ ਗੁਲਾਮ ਸੀ ਭਾਰਤ ਉਸ ਵੇਲੇ, ਉੱਥੋਂ ਆਜ਼ਾਦੀ ਚਾਹੁੰਦੇ ਸੀ ਜਾਂ ਕੁਝ ਉਹਨਾਂ ਦਾ ਆਜ਼ਾਦੀ ਦਾ ਜਿਹੜੀ ਸੋਚ ਸੀ, ਉਹਨਾਂ ਦਾ ਮਕਸਦ ਸੀ, ਉਹਨਾਂ ਦਾ ਫਲਸਫਾ ਕੁਝ ਹੋਰ ਵੀ ਸੀ ਨਾਲ? ਮੈਂ ਮੁਹੰਮਦ ਇਕਬਾਲ ਹੁਣ ਦਾ ਨਾਮ ਲਿਆ ਸ਼ੁਰੂ ਵਿੱਚ। ਜੀ ਜੀ ਉਹਨਾਂ ਨੇ ਆਪਣੀ ਸ਼ਾਇਰੀ ਵਿੱਚ ਲਿਖਿਆ ਕਿ ਗੁਲਾਮੀ ਕਿਆ ਹੈ। ਜੀ ਉਹ ਕਹਿੰਦੇ ਵੀ ਗੁਲਾਮੀ ਹੈ ਹੁਸਨੋ ਜ਼ੈਬਾਈ ਸੇ ਮਹਿਰੂਮੀ। ਜੀ ਵੀ ਤੁਹਾਨੂੰ ਸੁੰਦਰਤਾ ਤੋਂ, ਤੁਹਾਨੂੰ ਹੁਸਨ ਤੋਂ, ਤੁਹਾਨੂੰ ਪ੍ਰੇਮ ਤੋਂ, ਤੁਹਾਨੂੰ ਇੱਜ਼ਤ ਤੋਂ ਮਹਿਰੂਮ ਕਰ ਦੇਣਾ। ਜੀ ਜੀ ਔਰ ਇੱਕ ਹਿੰਦੁਸਤਾਨ 'ਚ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀਗਾ ਜਿਹਦੇ ਵਿੱਚ ਭਾਰਤੀ ਤਹਿਜ਼ੀਬ ਨੂੰ, ਭਾਰਤੀ ਰੰਗ ਰੂਪ ਨੂੰ, ਜੀ ਭਾਰਤੀ ਸੋਚ ਨੂੰ ਨਿਖਿੱਧ ਸਮਝਿਆ ਜਾਣ ਲੱਗ ਪਿਆ। ਜੀ ਔਰ ਇਹ ਐਕਚੁਅਲੀ ਅਸੀਂ ਇਸ ਗੁਲਾਮ ਮਾਨਸਿਕਤਾ ਵਿੱਚ ਜਕੜਦੇ ਜਾ ਰਹੇ ਸੀਗੇ। ਭਗਤ ਸਿੰਘ ਹੁਣਾਂ ਦੀ ਜਿਹੜੀ ਆਜ਼ਾਦੀ ਦਾ ਕਨਸੈਪਟ ਸੀਗਾ ਉਹ ਸਿਰਫ ਰਾਜਸੀ ਆਜ਼ਾਦੀ ਨਹੀਂ ਸੀ। ਇਹ ਨਹੀਂ ਸੀ ਵੀ ਸਾਡੇ ਤੇ ਆਹ ਬੰਦੇ ਰਾਜ ਨਾ ਕਰਨ, ਆਹ ਕਰਨ, ਇਹ ਨਹੀਂ ਸੀ ਹੈ। ਜੀ ਇਹ ਠੀਕ ਹੈ, ਇਹ ਵੀ ਸੀ, ਲੇਕਿਨ ਇਹਦੇ ਨਾਲ ਜਿਹੜੀ ਆ ਉਹ ਆਜ਼ਾਦੀ ਸੀ ਕਿ ਸਾਡੀ ਆਪਣੀ ਸੋਚ, ਸਾਡਾ ਆਪਣਾ ਸੱਚ, ਸਾਡੀਆਂ ਆਪਣੀਆਂ ਭਾਵਨਾਵਾਂ, ਜੀ ਅਸੀਂ ਇੱਕ ਭਾਰਤੀ ਦੇ ਤੌਰ ਤੇ ਸੋਚ ਸਕੀਏ, ਜੀ ਇੱਕ ਭਾਰਤੀ ਦੇ ਤੌਰ ਤੇ ਅਸੀਂ ਪਿਆਰ ਕਰ ਸਕੀਏ, ਇੱਕ ਭਾਰਤੀ ਦੇ ਤੌਰ ਤੇ ਸਾਨੂੰ ਇੱਜ਼ਤ ਮਿਲੇ। ਜੀ ਇਹ ਜਿਹੜੇ ਆਜ਼ਾਦੀ ਦੇ ਅਸਲ ਅਰਥ ਜਿਹੜੇ ਭਗਤ ਸਿੰਘ ਉਹਨਾਂ ਦੀ ਆਜ਼ਾਦੀ ਇਹ ਸੀ। ਜੀ ਤੁਸੀਂ ਦੇਖੋ ਵੀ ਅਸੀਂ ਕਹਿਣ ਨੂੰ ਤਾਂ ਰਾਜਸੀ ਤੌਰ ਤੇ ਆਜ਼ਾਦ ਹੋ ਗਏ, ਲੇਕਿਨ ਦੇਖੋ ਭਗਤ ਸਿੰਘ ਹੁਣੀ ਸਾਡੇ ਲਈ ਆਪਣੀ ਜਾਨ ਦੇ ਗਏ। ਜਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਬਿਲਕੁਲ 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 ਠੀਕ ਹੈ ਜੀ। ਆਪਣਾ ਜਾਨ ਕੀ, ਆਪਣਾ ਬਚਪਨ ਵੀ ਦੇ ਗਏ, ਸਾਰਾ ਕੁਛ। ਆਪਣੀ ਜਵਾਨੀ ਦੇ ਗਏ, ਆਪਣੀ ਜਾਨ ਦੇ ਗਏ। ਜੀ ਲੇਕਿਨ ਹੁਣ ਸਵਾਲ ਇਹ ਆ ਵੀ ਅਸੀਂ ਹਰ ਸਾਲ ਇਹ ਗੱਲਾਂ ਕਰਦੇ ਉਹ ਸਾਡੇ ਲਈ ਕੀ ਦੇ ਗਏ, ਉਹ ਸਾਡੇ ਲਈ ਕੀ ਉਹ ਕਰ ਗਏ, ਅਸੀਂ ਉਹਨਾਂ ਲਈ ਕੀ ਕੀਤਾ? ਬਿਲਕੁਲ ਕੀ ਅਸੀਂ ਉਸ ਤਰ੍ਹਾਂ ਦੇ ਇਨਸਾਨ ਬਣ ਸਕੇ ਜਿਸ ਤਰ੍ਹਾਂ ਦੇ ਉਹ ਇਨਸਾਨ ਸਾਨੂੰ ਬਣਨਾ ਦੇਖਣਾ ਚਾਹੁੰਦੇ ਸੀਗੇ ਜਾਂ ਬਣਾਉਣਾ ਚਾਹੁੰਦੇ ਸੀਗੇ? ਅਸੀਂ ਅੱਜ ਵੀ ਸਾਡੇ ਲੋਕ ਜਿਹੜੇ ਆ, ਸਾਡੇ ਉਹ ਲੋਕ, ਉਹਨਾਂ ਨੂੰ ਚੈਨ ਉਦੋਂ ਆਉਂਦੀ ਜਦੋਂ ਉਹ ਉਹਨਾਂ ਮੁਲਕਾਂ 'ਚ ਚਲੇ ਜਾਂਦੇ ਆ। ਸਾਡੇ ਬੱਚੇ ਦੇ ਮਨ ਵਿੱਚ ਇਹ ਸਵਾਲ ਹੈ ਵੀ ਹਾਏ ਰੱਬਾ ਮੈਂ ਕਿਸ ਤਰ੍ਹਾਂ ਬਾਹਰ ਨਿਕਲ ਜਾਵਾਂ। ਸਾਡੇ ਪਹਿਰਾਵੇ, ਸਾਡੀਆਂ ਸੋਚਾਂ, ਸਾਡੀ ਬੋਲਚਾਲ, ਉਹ ਸਾਡੀ ਅੰਗਰੇਜ਼ੀ ਬਣੀ ਹੋਈ ਹੈ। ਅਸੀਂ ਉਧਰ ਨੂੰ ਜਾ ਰਹੇ ਹਾਂ ਬਹੁਤ ਜ਼ਿਆਦਾ, ਜਿਸ ਪਾਸਿਓਂ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਰੋਕਣ ਲਈ ਜਾਨ ਦਿੱਤੀ। ਮੇਰਾ ਖਿਆਲ ਹੈ ਵੀ ਸਹੀ ਆਜ਼ਾਦੀ ਉਦੋਂ ਹੋਏਗੀ ਜਦੋਂ ਅਸੀਂ ਭਾਰਤੀ ਤਹਿਜ਼ੀਬ, ਆਪਣੀ ਦੇਸੀ ਤਹਿਜ਼ੀਬ, ਦੇਸੀ ਆਪਣੀ ਸੋਚ, ਸਾਡੇ ਹਾਵ ਭਾਵ, ਸਾਡੇ ਮਨੋਭਾਵ, ਸਾਡੇ ਪਿਆਰ, ਮੁਹੱਬਤ, ਇੱਜ਼ਤ, ਇਹ ਜਿਹੜੀ ਚੀਜ਼ਾਂ ਸਾਡੀਆਂ ਆਪਣੀਆਂ ਹੋਣਗੀਆਂ। ਜੀ ਪੂਰਨ ਸਵਰਾਜ ਜਿਹਨੂੰ ਕਹਿੰਦੇ ਆ, ਉਹ ਜਿਹੜਾ ਸਵਰਾਜ ਦਾ ਮਤਲਬ ਹੁੰਦਾ ਆਪਣਾ ਰਾਜ। ਬਿਲਕੁਲ ਬਿਲਕੁਲ ਮੇਰਾ ਆਪਣਾ ਰਾਜ ਵੀ, ਮੇਰਾ ਆਪਣੇ ਆਪ ਉੱਤੇ ਰਾਜ। ਬਿਲਕੁਲ ਸਵਰਾਜ ਦਾ ਮੇਰਾ ਰਾਜ। ਦੇਖੋ ਉਹ ਇੱਕ ਰਾਜ ਹੈ ਵੀ ਮੈਂ ਦੂਜੇ ਦੇ ਰਾਜ ਕਰਨਾ ਚਾਹੁੰਦਾ। ਇੱਕ ਹੈਗਾ ਮੈਂ ਆਪਣਾ ਰਾਜ ਆਪਣੇ ਆਪ ਤੇ, ਮੈਂ ਆਪਣੀਆਂ, ਜਿਵੇਂ ਵੀ ਜਿਹੜੀ ਗੱਡੀ ਹੁੰਦੀ ਨਾ ਉਹਦਾ ਇੱਕ ਐਕਸੀਲੇਟਰ ਹੁੰਦਾ, ਇੱਕ ਉਹਦੀ ਬ੍ਰੇਕ ਹੁੰਦੀ ਹੈ ਜਿਹੜੀ ਉਹਨੂੰ ਕਾਬੂ ਵਿੱਚ ਰੱਖਦੀ ਹੈ। ਅਸੀਂ ਆਪਣੇ ਉੱਤੇ ਆਪਣਾ ਕਾਬੂ ਪਾਉਣਾ। ਸਾਨੂੰ ਕਾਬੂ ਪਾਉਣ ਲਈ ਪੁਲਿਸ ਦੀ ਜ਼ਰੂਰਤ ਨਾ ਪਵੇ, ਮਿਲਟਰੀ ਦੀ ਜ਼ਰੂਰਤ ਨਾ ਪਵੇ। ਅਸੀਂ ਆਪਣੇ ਆਪ ਤੇ ਰਾਜ ਕਰ ਸਕੀਏ। ਅਸੀਂ ਆਪਣੀ ਤਹਿਜ਼ੀਬ, ਆਪਣੀ ਸਭਿਅਤਾ, ਆਪਣੀ ਸੱਚ, ਆਪਣੀ ਸੋਚ, ਆਪਣੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜ ਸਕੀਏ। ਇਹ ਆਜ਼ਾਦੀ ਹੋਊਗੀ, ਇਹ ਸਵਰਾਜ ਹੋਏਗਾ। ਜੀ ਕਹਿਣ ਦਾ ਮਤਲਬ ਕਿ ਆਪਣੇ ਜਿਹੜੇ ਕਿ ਕਰਤੱਵ ਨੇ, ਆਪਣੇ ਜਿਹੜੇ ਫਰਜ਼ ਨੇ, ਉਹਨਾਂ ਨੂੰ ਵੀ ਸਮਝਣਾ ਪਏਗਾ, ਪਛਾਣਨਾ ਪਏਗਾ। ਇਹ ਨਹੀਂ ਕਿ ਅਸੀਂ ਵੱਧ ਤੋਂ ਵੱਧ ਰੌਲਾ ਪਾਉਂਦੇ ਰਹੀਏ ਆਪਣੇ ਅਧਿਕਾਰਾਂ ਦਾ। ਠੀਕ ਹੈ, ਤੁਹਾਡੇ ਅਧਿਕਾਰ ਵੀ ਨੇ, ਪਰ ਫਰਜ਼ ਵੀ ਨਾਲੋਂ ਨਾਲ ਚੱਲਦੇ ਨੇ। ਅਧਿਕਾਰ ਤੇ ਫਰਜ਼ ਇੱਕੋ ਹੀ ਗੱਡੀ ਦੇ ਦੋ ਪਹੀਏ ਨੇ ਜਿਹੜੇ ਕਿ ਇਕੱਠੇ ਚੱਲਣੇ ਚਾਹੀਦੇ ਨੇ, ਔਰ ਤਾਂ ਹੀ ਤੁਸੀਂ ਅੱਛੇ ਇੱਕ ਨਾਗਰਿਕ ਬਣ ਸਕਦੇ ਹੋ। ਔਰ ਨੌਜਵਾਨ ਭਾਰਤ ਸਭਾ ਬਣਾਉਣੀ, ਫਿਰ ਅਖਬਾਰਾਂ ਕੱਢਣੀਆਂ, ਫਿਰ ਸਭਾਵਾਂ ਬਣਾਉਣੀਆਂ, ਇਹ ਅਜਿਹੇ ਕਾਰਜ ਜਿਹੜੇ ਆ
ਨੌਜਵਾਨਾਂ ਦੇ, ਔਰ ਉਹ ਨੌਜਵਾਨ ਜਿਹੜੇ ਕਿ ਦੇਸ਼ ਦੇ ਹਰਮਨ ਪਿਆਰੇ ਨੇ, ਹਰ ਇੱਕ ਦੇ ਆਦਰਸ਼ ਨੇ, ਰੋਲ ਮਾਡਲ ਨੇ, ਉਹਨਾਂ ਦਾ ਇਹ ਸਮਾਜਿਕ ਮਾਨਸਿਕ ਪਰਿਵਰਤਨ ਦੇ ਵਿੱਚ ਕੀ ਯੋਗਦਾਨ ਹੈ? ਦੇਖੋ ਜੀ, ਇੱਕ ਸ਼ਬਦ ਹੁੰਦਾ ਐਕਟਿਵਿਜ਼ਮ। ਜੀ ਜਿੰਨਾ ਤੁਸੀਂ ਐਕਟਿਵ ਰਹੋਗੇ, ਤੁਸੀਂ ਸਭਾਵਾਂ ਬਣਾਓਗੇ, ਤੁਸੀਂ ਸਫ਼ਰ ਕਰੋਗੇ, ਤੁਸੀਂ ਲੋਕਾਂ ਨਾਲ ਮਿਲੋਗੇ, ਜੀ ਉਨਾ ਜਿਹੜਾ ਤੁਹਾਡਾ ਉਹ ਆਈਡੀਆ ਜਿਹੜਾ ਉਨਾ ਸਪਰੈਡ ਕਰਦਾ। ਜੀ ਤੇ ਜੇ ਤੁਸੀਂ ਇਕੱਲੇ ਬੈਠੇ ਸੋਚਦੇ ਰਹਿੰਦੇ ਆ ਜਾਂ ਕਮਰੇ 'ਚ ਬੰਦ ਕਮਰੇ 'ਚ ਰਹਿੰਦੇ ਆ, ਇਕੱਲੇ ਬੈਠੇ ਸੋਚੀ ਜਾਂਦੇ, ਉਹਦਾ ਉਹ ਠੀਕ ਹੈ, ਤੁਸੀਂ ਆਪਣੇ ਆਪ ਨੂੰ ਤਾਂ ਉਹ ਕਰ ਲੈਂਦੇ ਹੋ ਤੋਂ ਬਾਹਰ, ਪਰ ਲੇਕਿਨ ਤੁਸੀਂ ਸਮਾਜ ਨੂੰ ਨਹੀਂ ਕੁਝ ਕਰ ਸਕਦੇ। ਜੀ ਇਹ ਜਿਹੜੇ ਨੌਜਵਾਨ ਤਿੰਨੇ, ਇਹਨਾਂ ਦਾ ਜੀਵਨ ਜਿਹੜਾ ਉਹ ਸਫ਼ਰ ਨਾਲ ਭਰਿਆ ਹੋਇਆ, ਜੀ। ਕਦੇ ਕਿਤੇ ਨੂੰ ਜਾ ਰਿਹਾ, ਕਦੇ ਕਿਤੇ ਨੂੰ ਆ ਰਿਹਾ, ਕਦੇ ਕਿਸੇ ਨੂੰ ਮਿਲ ਰਿਹਾ, ਜੀ। ਕਦੇ ਕੋਈ ਸਭਾ ਬਣਾ ਰਿਹਾ, ਕਦੇ ਕਿਸੇ ਸਭਾ ਦਾ ਨਾਮ ਚੇਂਜ ਕਰ ਰਿਹਾ, ਜੀ। ਉਹਦੇ ਵਿੱਚ ਕੋਈ ਆਪਣਾ ਆਈਡੀਆ ਪਾ ਰਹੇ ਆ। ਜੀ ਜੀ ਤੇ ਇਹ ਇਹਨਾਂ ਦਾ ਜੀਵਨ ਦਾ ਜਿਹੜਾ ਇਹ ਐਕਟਿਵਿਜ਼ਮ ਹੈ ਜਿਹੜਾ ਇਹਨਾਂ ਤਿੰਨਾਂ ਦਾ ਹੀ, ਇਹ ਬੜਾ ਭਰਪੂਰ ਹੈ, ਬੜਾ ਸੰਘਣਾ ਹੈ। ਯਾਨੀ ਰੋਜ਼ ਕੋਈ ਨਾ ਕੋਈ ਨਵੀਂ ਚੀਜ਼, ਨਵੀਂ ਗੱਲ, ਨਵਾਂ ਸਫ਼ਰ, ਨਵੇਂ ਲੋਕਾਂ ਨੂੰ ਇਹ ਜੀ। ਮਿਲ ਰਹੇ ਆ। ਤੇ ਜਾਂਦੇ ਜਾਂਦੇ ਸਾਡੇ ਉਸ ਨੌਜਵਾਨ ਪੀੜ੍ਹੀ ਨੂੰ ਜਿਹੜੀ ਅੱਜ ਸਾਡੇ ਸਮਾਜ ਦੇ ਵਿੱਚ ਵਿਚਰ ਰਹੀ ਹੈ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਖੁਦ ਵੀ ਉਸੇ ਏਰੀਆ ਨੂੰ ਸੰਬੰਧਿਤ ਰੱਖਦੇ ਹੋ, ਖਟਕੜ ਕਲਾਂ ਦੇ ਏਰੀਆ ਵੱਲੋਂ ਹੀ ਨਾਲ ਸੰਬੰਧ ਹੈ ਤੁਹਾਡਾ, ਔਰ ਥੋੜੇ ਸ਼ਬਦਾਂ ਦੇ ਵਿੱਚ ਸਾਡੇ ਨੌਜਵਾਨ ਨੂੰ ਮੈਨੂੰ ਯਾਦ ਹੈ, ਮੈਂ ਤੀਜੀ ਵਿੱਚ ਪੜ੍ਹਦਾ ਸੀਗਾ ਜੀ, ਸਾਡੇ ਸਕੂਲ ਦੇ ਵਿੱਚ ਜਦੋਂ ਇੱਕ ਉਹ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਸੀਗਾ, ਉਹਦੇ ਵਿੱਚ ਮੇਰਾ ਨਾਮ ਸਭ ਤੋਂ ਪਹਿਲਾਂ ਉਦੋਂ ਹੀ ਲਿਖ ਲੈਂਦੇ ਸੀਗੇ ਵੀ ਹਾਂਜੀ ਤੂੰ ਵੀ ਕੁਝ ਸੁਣਾਉਣਾ। ਤੇ ਮੈਨੂੰ ਹਰ ਵਾਰ ਕੁਝ ਲੱਭਦਾ ਹੁੰਦਾ ਸੀਗਾ ਤੇ ਮੈਨੂੰ ਪਤਾ ਵੀ ਨਹੀਂ ਹੁੰਦਾ ਸੀਗਾ ਮੈਂ ਕੀ ਗਾਉਣਾ ਹੈ। ਤੇ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਇੱਕ ਜੋਗਾ ਸਿੰਘ ਜੋਗੀ ਕਵੀਸ਼ਰ ਹੋਏ, ਜੋਗੀ ਆ ਕਵੀਸ਼ਰ ਹੋਏ, ਉਹਨਾਂ ਦੀ ਇੱਕ ਕਵੀਸ਼ਰੀ ਦਿੱਤੀ। ਉਹ ਅਸੀਂ ਤਿੰਨੇ ਸ਼ੇਰ ਚੜਾ ਕੇ ਫਾਂਸੀ ਜਦੋਂ ਜਲਾਦਾਂ ਲਾਹੇ, ਉਹਦੀ ਖੀਚ ਲਾਈਨ ਆਉਂਦੀ ਸੀ, ਭਾਰਤ ਦੇ ਤਿੰਨ ਲਾਲ ਚਮਕਦੇ ਸੀ ਸਤਲੁਜ ਦੇ ਕੰਢੇ। ਵਾਹ। ਤੇ ਮੇਰੇ ਨਾਲ ਦੇ ਹੋਰ ਜਿਹੜੇ ਸਾਥੀ ਦੋਸਤ ਸੀਗੇ, ਉਹਨਾਂ ਦੇ ਉਹ ਇਦਾਂ ਦੇ ਗੀਤ ਗਾਉਂਦੇ ਹੁੰਦੇ ਸੀਗੇ, ਵਾਹ ਵਾਹ ਭਗਤ ਸਿੰਘ ਸਰਦਾਰ ਤੇਰੇ ਨਾਂ ਤੋਂ ਮੈਂ ਬਲਿਹਾਰ। ਮੇਰੇ ਨਾਲ ਕੁੜੀ ਪੜ੍ਹਦੀ ਸੀ, ਉਹ ਘੋੜੀ ਗਾਉਂਦੀ ਹੁੰਦੀ ਸੀ ਭਗਤ ਸਿੰਘ ਦੀ। ਤੇ ਮੈਂ ਆਪਣੇ ਪਿਤਾ ਜੀ ਨੂੰ ਫਿਰ ਪੁੱਛਿਆ, ਮੈਂ ਇਹ ਗਾਇਆ ਵੀ ਉਹਨਾਂ ਨੇ ਬੜਾ ਪਸੰਦ ਕੀਤਾ ਵੀ ਇਹ ਕੀ ਤਿੰਨ ਸ਼ੇਰ, ਮੈਨੂੰ ਵੀ ਪਤਾ ਨਹੀਂ ਵੀ ਤਿੰਨ ਸ਼ੇਰ ਦਾ ਕੀ ਮਤਲਬ ਹੈ। ਮੇਰੇ ਪਿਤਾ ਜੀ ਨੇ ਦੱਸਿਆ ਵੀ ਇਹ ਤਿੰਨ ਸ਼ੇਰ, ਉਹ ਤਿੰਨ ਨੌਜਵਾਨ ਸੀਗੇ। ਤੇ ਮੇਰਾ ਅਸਲ ਵਿੱਚ ਭਗਤ ਸਿੰਘ ਨਾਲ ਮੇਰੀ ਜਾਣਕਾਰੀ ਉਦੋਂ ਸ਼ੁਰੂ ਹੋਈ ਸੀ ਜਦੋਂ ਮੈਨੂੰ ਪਤਾ ਵੀ ਨਹੀਂ ਸੀਗਾ। ਬਿਲਕੁਲ। ਤੇ ਉਹ ਸਾਂਝ ਜਿਹੜੀ ਹੈ ਉਹ ਅੱਜ ਤੱਕ ਬਣੀ ਹੋਈ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਬੱਚਾ ਜਿਹੜਾ ਉਹ ਸਾਂਝ ਇਸੇ ਤਰ੍ਹਾਂ ਹੀ ਬਰਕਰਾਰ ਰੱਖੇ ਦੇਸ਼ ਦੇ ਇਹਨਾਂ ਮਹਾਨ ਸਪੂਤਾਂ ਦੇ ਨਾਲ, ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਸੀ। ਉਹਨਾਂ ਦੀ ਸ਼ਹਾਦਤ ਦੇ ਮੌਕੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਜ਼ਿੰਦਾਬਾਦ, ਸੰਤ ਜ਼ਿੰਦਾਬਾਦ ਹਨ ਜੀ। ਔਰ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਸਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਮੌਕਾ ਦਿੱਤਾ। ਮਿਹਰਬਾਨੀ। ਦੇਸ਼ ਦਾ ਪਹਿਰੇਦਾਰ ਭਗਤ ਸਿੰਘ, ਔਲਾਦੀ ਦੀਵਾਰ ਭਗਤ ਸਿੰਘ। ਦੇਸ਼ ਦਾ ਪਹਿਰੇਦਾਰ ਭਗਤ ਸਿੰਘ, ਔਲਾਦੀ ਦੀਵਾਰ ਭਗਤ ਸਿੰਘ। ਆਜ਼ਾਦੀ ਦਾ ਸਾਰ ਭਗਤ ਸਿੰਘ, ਸੂਰਜ ਦੀ ਚਮਕਾਰ ਭਗਤ ਸਿੰਘ। ਮਜ਼ਲੂਮਾਂ ਦਾ ਪਿਆਰ ਭਗਤ ਸਿੰਘ, ਮੁੜ ਨਹੀਂ ਜੰਮਣਾ ਯਾਰ ਭਗਤ ਸਿੰਘ। ਯਾਦ ਕਰੇ ਸੰਸਾਰ ਭਗਤ ਸਿੰਘ, ਜੈ ਹਿੰਦ ਜੈ ਜੈਕਾਰ ਭਗਤ ਸਿੰਘ। ਰੰਗ ਦੇ ਬਸੰਤੀ ਕੋਲੋਂ, ਰੰਗ ਦੇ ਮਾਏ, ਰੰਗ ਦੇ ਬਸੰਤੀ ਚੋਲਾ, ਰੰਗ ਦੇ। ਇਨਕਲਾਬ ਦਾ ਨਾਰਾ ਲਾ ਕੇ ਸੁੱਤੀਆਂ ਕਲਾਂ ਹਲੂਣ ਜਗਾ ਕੇ। ਇਨਕਲਾਬ ਦਾ ਨਾਰਾ ਲਾ ਕੇ ਸੁੱਤੀਆਂ ਕਲਾਂ ਹਲੂਣ ਜਗਾ ਕੇ। ਭਾਰਤ ਮਾਂ ਦਾ ਪੁੱਤ ਪਿਆਰਾ ਬਣਿਆ ਹਰ ਇੱਕ ਅੱਖ ਦਾ ਤਾਰਾ। ਜੰਗਜੂ ਤੇ ਬੇਬਾਕ ਬੜਾ ਉਹ ਫਾਂਸੀ ਦੇ ਤਖਤੇ ਤੇ ਖੜਾ ਉਹ ਹੱਸਦਾ ਸੀ ਸਰਦਾਰ ਭਗਤ ਸਿੰਘ। ਜੈ ਹਿੰਦ ਜੈ ਜੈਕਾਰ ਭਗਤ ਸਿੰਘ। ਰੰਗ ਦੇ ਬਸੰਤੀ ਚੋਲਾ, ਰੰਗ ਦੇ ਮਾਏ, ਰੰਗ ਦੇ ਬਸੰਤੀ ਚੋਲਾ, ਰੰਗ ਦੇ। ਉਸਦਾ ਸੁਪਨਾ ਸੀ ਇੰਜ ਹੋਵੇ, ਗੁਰਬਤ ਮਿਟ ਜਾਏ ਕੋਈ ਨਾ ਰੋਵੇ। ਉਸਦਾ ਸੁਪਨਾ ਸੀ ਇੰਜ ਹੋਵੇ, ਗੁਰਬਤ ਮਿਟ ਜਾਏ ਕੋਈ ਨਾ ਰੋਵੇ। ਐਸਾ ਇੱਕ ਸਮਾਜ ਬਣਾਈਏ, ਲੁੱਟ ਖਸੁੱਟ ਨੂੰ ਜੜੋਂ ਮਕਾਈ। ਹਰ ਚਿਹਰੇ ਤੇ ਆਵੇ ਲਾਲੀ, ਘਰ ਘਰ ਵਿੱਚ ਹੋਵੇ ਖੁਸ਼ਹਾਲੀ। ਕਹਿੰਦਾ ਸੀ ਸਰਦਾਰ ਭਗਤ ਸਿੰਘ, ਜੈ ਹਿੰਦ ਜੈ ਜੈਕਾਰ ਭਗਤ ਸਿੰਘ। ਰੰਗ ਦੇ